सगल उद्यम मह उद्यम भला। हर का नाम जपो जी सदा। सगल बानी मह अमृत बानी। हर को जस सुन रसन बखानी। सगल थान ते ओह उत्तम थान। नानक जिह घट वसै हर नाम। आद जुगाद भगतन का राखा। उस्तत कर कर जीवा। नानक नाम महारस मीठा। अन दिन मन तन पीवा। तिना निज कर वासा पाया। सच्चा महल रहाना। नानक भगत सुखिए सदा। सच्चा नाम रचाना। चवर छतर तखत दे मालक साहिब श्री गुरु ग्रंथ साहिब जी दी पुत्र हजूरी दे विच सुभाएमान गुरु स्वरूप गुरु प्यारी खालसा साध संगत जी फतेह प्रवान करो। वाहिगुरू जी का खालसा वाहिगुरू जी की फतेह। धन धन श्री गुरु ग्रंथ साहिब सच्चे पातशाह जी की छत्र छाया हेठ आप सरबत संगतां पिंड बड़ापुर भैंसा अमरिया पीलीभीत के इलाके विच इन्हां महान गुरमत समागमां अंदर शिरकत कर रहे हो। आप संगत के सहयोग नाल कार सेवा लंगर साहिब हजूर साहिब दे महापुरुष संत बाबा नरेंद्र सिंह जी संत बाबा बलविंदर सिंह जी अते इन्हां स्थानां दे उपर गुरुद्वारा नानकसर साहिब विखे बेअंत सेवावां निभाउण वाले जथेदार बाबा मोहन सिंह जी हुणां ने ये समागम उलीके हैं। आप सरबत संगत ने बड़े प्रेम सहित विद्वानां दे पासों कवीशर सिंघां दे पासों गुर इतिहास गुरबाणी दी छत्र छाया हेठ सरवण कीता है। ये जिहड़ी 25 तरीक लंघी है ये साढ़े
700ਵਾਂ ਜਨਮ ਦਿਹਾੜਾ ਸੀ ਭਗਤ ਨਾਮਦੇਵ ਜੀ ਮਹਾਰਾਜ ਹੁਣਾਂ ਦਾ। ਸਿੱਖ ਜਗਤ ਦੇ ਅੰਦਰ ਉਹਨਾਂ ਦੀ ਯਾਦ ਨੂੰ ਸਮਰਪਿਤ ਬੇਅੰਤ ਸਮਾਗਮ ਮਨਾਏ ਜਾ ਰਹੇ ਹਨ। ਸ਼੍ਰੋਮਣੀ ਭਗਤ ਨੇ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੋਦ ਦੇ ਵਿੱਚ ਜਗ੍ਹਾ ਹਾਸਲ ਹੋਈ ਹੈ। ਗੁਰੂ ਪਰਮੇਸ਼ਰ ਤੋਂ ਬਾਅਦ ਭਗਤਾਂ ਦਾ, ਸੰਤਾਂ ਦਾ, ਸਤਿਪੁਰਸ਼ਾਂ ਦਾ ਮਰਾਤਬਾ ਰੁਤਬਾ ਹੈ ਜਿਸ ਦੀ ਬੜੀ ਵਡਿਆਈ ਹੈ। ਭਗਤ ਦੇ ਜਿਹੜੇ ਅਰਥ ਨੇ, ਭਜ ਦਾ ਮਤਲਬ ਹੈ ਸੇਵਾ ਕਰਨੀ। ਜੋ ਸੇਵਕ ਹੈ, ਭਜਨ ਕਰਦਾ ਹੈ, ਜੋ ਪ੍ਰੇਮਾ ਭਗਤੀ ਦੇ ਵਿੱਚ ਲੀਨ ਹੈ, ਜਿਸ ਨੇ ਆਪਣਾ ਜੀਵਨ ਪਰਮਾਤਮਾ ਦੇ ਨਾਮ ਵਿੱਚ ਸਮਰਪਿਤ ਕਰ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਭਗਤ ਦੀ ਡੈਫੀਨੇਸ਼ਨ ਦਿੱਤੀ ਹੈ। ਨਾਮ ਭਗਤ ਕੈ ਸੁਖ ਅਸਥਾਨ। ਕਹਿੰਦੇ ਭਗਤ ਉਹ ਹੈ, ਸੰਤ ਉਹ ਹੈ ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਹੋਇਆ ਹੈ। ਲਿਬਾਸ ਪਾ ਲੈਣਾ, ਨਾਮ ਰਖਵਾ ਲੈਣਾ ਵੀ ਇਹ ਸੰਤ ਹੈ, ਇਹ ਭਗਤ ਹੈ, ਇਹ ਸੁਖਾਲਾ ਹੈ। ਉਸ ਅਵਸਥਾ ਤੇ ਪਹੁੰਚਣਾ ਇਹ ਬੜਾ ਕਠਿਨ ਹੈ। ਕਹਿੰਦੇ ਜਿਹਦੇ ਅੰਦਰ ਪਰਮਾਤਮਾ ਦਾ ਨਾਮ ਟਿਕਿਆ ਹੈ, ਨਾਮ ਰਤ ਸੋ ਭਗਤ ਪ੍ਰਵਾਨ। ਜਿਹਨੂੰ ਰਤ ਲੱਗੀ ਹੈ ਨਾਮ ਦੀ, ਉਹੀ ਪ੍ਰਵਾਨ ਨੀਕ ਭਗਤ ਹੈ। ਰਤ ਤੋਂ ਭਾਵ ਹੈ ਜਿਹੜਾ ਨਾਮ ਰੰਗ ਵਿੱਚ ਰੰਗਿਆ ਹੋਇਆ ਹੈ, ਜਿਹੜਾ ਦਿਨ ਰਾਤ ਬਾਣੀ ਪੜ੍ਹਦਾ ਹੈ। ਹਰ ਕਾ ਨਾਮ ਜਨ ਕਉ ਧਾਰੇ, ਸਾਸ ਸਾਸ ਜਨ ਨਾਮ ਸੁਮਾਰੈ। ਜਿਹੜਾ ਹਰ ਸਾਹ ਦੇ ਨਾਲ ਪਰਮਾਤਮਾ ਦੇ ਗੀਤ ਗਾਉਂਦਾ ਹੈ ਨਾ, ਉਹਨੂੰ ਭਗਤ ਕਿਹਾ ਹੈ। ਉੱਠਦਿਆਂ ਬਹਿੰਦਿਆਂ ਇੱਥੋਂ ਤੱਕ ਅੱਖ ਲੱਗ ਜਾਵੇ ਤੇ ਸੁਪਨਾ ਵੀ ਨਾਮ ਦਾ, ਬੜਬੜਾਉਂਦਾ ਵੀ ਨਾਮ ਹੈ ਉਹ। ਹੁਣ ਜਿਹੜਾ ਹਰ ਸਵਾਸ ਨਾਲ, ਗਿਰਾਸ ਨਾਲ ਰੱਬ ਦੇ ਗੀਤ ਗਾ ਸਕਦਾ ਹੈ, ਉਹਨੂੰ ਭਗਤ ਮੰਨਿਆ ਹੈ ਬਾਣੀ ਨੇ। ਔਰ ਜੁਗਾਂ ਜੁਗਾਂ ਤਾਈਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹਨੂੰ ਨਮਸਕਾਰਾਂ ਹੀ ਹੋਣਗੀਆਂ, ਉਹਦੀ ਵਡਿਆਈ ਹੀ ਹੋਵੇਗੀ। ਮਹਾਰਾਜ ਕਹਿੰਦੇ ਨੇ ਤਿੰਨਾਂ ਭਗਤ ਜਨਾਂ ਕੋ ਸਦ ਨਮਸਕਾਰ ਕੀਜੈ, ਜੋ ਅਨਦਿਨ ਹਰ ਗੁਣ ਗਾਵਣਿਆ। ਸਦਾ ਉਹਨਾਂ ਨੂੰ ਸਿਜਦਾ ਕਰੋ, ਉਹਨਾਂ ਦੇ ਚਰਨੀ ਲੱਗਦੇ ਰਹੋ, ਜਿਹੜੇ ਅਕਾਲ ਪੁਰਖ ਦੇ ਗੀਤ ਗਾਉਂਦੇ ਨੇ, ਜਿਹੜੇ ਭਜਨ ਸਿਮਰਨ ਕਰਦੇ ਨੇ। ਔਰ ਕਹਿੰਦੇ ਕਿਸੇ ਵੀ ਕੁੱਲ ਚੋਂ ਹੋ ਸਕਦਾ ਹੈ, ਕਿਉਂਕਿ ਬ੍ਰਾਹਮਣ ਕਹਿੰਦਾ ਸੀ ਵੀ ਰਾਮ ਦਾ ਭਜਨ ਕੇਵਲ ਬ੍ਰਾਹਮਣ ਹੀ ਕਰ ਸਕਦੇ ਨੇ, ਸ਼ੂਦਰ ਵੈਸ਼ ਇਹ ਭਜਨ ਨਹੀਂ ਕਰ ਸਕਦੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬ੍ਰਾਹਮਣ ਬੈਸ ਸੂਦ ਅਰ ਖੱਤਰੀ ਡੋਮ, ਚਮਾਰ ਮਲੇਸ਼ ਮਨ ਸੋਏ, ਹੋਏ ਪੁਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁਲ ਦੋਏ। ਕਹਿੰਦੇ ਚਾਹੇ ਤੂੰ ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼ ਹੈ, ਭਗਤੀ ਕਰ, ਤੂੰ ਆਪ ਤੇ ਤਰੇਂਗਾ ਹੀ। ਕਹਿੰਦੇ ਦੁਨੀਆ ਵੀ ਤਰ ਜਾਵੇਗੀ। ਇੱਥੇ ਕਈ ਤਰਕ ਕਰ ਦਿੰਦੇ ਨੇ ਵੀ ਪਰਿਵਾਰ 'ਚ ਇੱਕ ਜਾਣਾ ਬੰਦਗੀ ਕਰੇ ਤੇ ਦੂਜੇ ਕਿਵੇਂ ਤਰ ਸਕਦੇ ਨੇ। ਵੇਖੋ ਮਲਾਹ ਇਕੱਲਾ ਹੀ ਨਹੀਂ ਤਰਦਾ, ਉਹ ਬੇੜੇ ਤੇ ਹੋਰ ਕਈਆਂ ਨੂੰ ਪਾਰ ਲੰਘਾ ਲੈਂਦਾ ਹੈ। ਬਾਣੀ ਦਾ ਫਰਮਾਨ ਹੈ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਆਪ ਤਾਰ ਤਾਰੇ ਕੁਲ ਦੋਏ। ਉਹ ਆਪ ਤੇ ਮੁਕਤ ਹੋਵੇਗਾ ਹੀ। 84 ਲੱਖ ਦੇ ਰੋਗਾਂ ਸੋਗਾਂ ਦੇ ਗੇੜ ਤੋਂ
ਉਹਦੇ ਨਾਲ ਸੰਗੀ ਸਾਥੀ ਕੁਟੰਬ ਦੇ ਲੋਕ ਵੀ ਨਿਜਾਤ ਹਾਸਲ ਕਰਨਗੇ, ਮੁਕਤੀ ਪਾ ਸਕਦੇ ਨੇ। ਇਹ ਭਗਤ ਕੀ ਵਡਿਆਈ ਹੈ, ਉਹਦੀ ਬਾਤ ਹੈ। ਅੱਗੇ ਮਹਾਰਾਜ ਉਹਦੀ ਵਡਿਆਈ ਵਿੱਚ ਕਹਿੰਦੇ ਨੇ, ਧਨ ਸੋ ਗਾਓ, ਧਨ ਸੋ ਠਾਓ, ਧਨ ਪੁਨੀਤ ਕੁਟੰਬ ਸਭ ਲੋਏ। ਜਿਸ ਜਗ੍ਹਾ ਤੇ ਉਹ ਪੈਦਾ ਹੋਇਆ ਉਹ ਗਾਉਂ, ਉਹ ਪਿੰਡ ਧਨ ਹੈ, ਉਹ ਕਸਬਾ ਧਨ ਹੈ, ਸ਼ਹਿਰ ਧਨ ਹੈ। ਜਿਸ ਘਰ ਵਿੱਚ ਉਹ ਪ੍ਰਗਟ ਹੋਇਆ ਹੈ ਉਹ ਘਰ ਮਹਾਨ ਹੈ। ਤੇ ਮਹਾਰਾਜ ਕਹਿੰਦੇ ਜਿਸ ਕੁਟੰਬ ਵਿੱਚ, ਕੁਟੰਬ ਕਹਿੰਦੇ ਨੇ ਇਸਤਰੀ ਤੋਂ ਵਧਿਆ ਹੋਇਆ ਪਰਿਵਾਰ, ਜਿਸ ਕੁਟੰਬ ਵਿੱਚ ਉਹ ਮਹਾਪੁਰਸ਼ ਪੈਦਾ ਹੋਇਆ ਹੈ, ਧਨ ਪੁਨੀਤ ਕੁਟੰਬ ਸਭ ਲੋਏ। ਉਹ ਬੜਾ ਪਵਿੱਤਰ ਪਾਕ ਪਰਿਵਾਰ ਹੈ, ਟੱਬਰ ਹੈ। ਐਸੀ ਮਹਿਮਾ ਭਗਤ ਦੀ ਹੈ। ਨਾਲ ਇਹ ਵੀ ਦੱਸ ਦਿੱਤਾ ਵੀ ਭਗਤ ਹੈ ਕੌਣ। ਕਹਿੰਦੇ ਜਿਨ ਪੀਆ ਸਾਰ ਰਸ, ਤਜੇ ਆਨ ਰਸ, ਹੋਏ ਰਸ ਮਗਨ ਡਾਰੇ ਬਿਖ ਜੋਏ। ਜਿੰਨਾ ਚਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚੋਂ, ਦੁਨੀਆ ਵਿੱਚੋਂ, ਸੰਸਾਰ ਵਿੱਚੋਂ ਤੈਨੂੰ ਰਸ ਆਉਂਦਾ ਹੈ, ਕਹਿੰਦੇ ਤੂੰ ਭਗਤ ਨਹੀਂ ਹੈ। ਜਿਸ ਨੂੰ ਪਰਮਾਤਮਾ ਦੇ ਨਾਮ ਚੋਂ ਰਸ ਆਇਆ, ਭਗਤ ਉਹ ਹੈ। ਹੁਣ ਪਤਾ ਕਿਵੇਂ ਲੱਗੇ ਵੀ ਰਸ ਆ ਗਿਆ? ਸੌਖਾ ਹੀ ਤਰੀਕਾ ਹੈ ਵੀ ਜਦੋਂ ਅੰਮ੍ਰਿਤ ਵੇਲੇ ਉੱਠਣ ਨੂੰ ਮਨ ਕਰੇ ਨਾ, ਜਪਜੀ ਸਾਹਿਬ ਪੜ੍ਹਨ ਨੂੰ ਮਨ ਕਰੇ, ਚੌਂਕੜਾ ਲਾਉਣ ਨੂੰ ਮਨ ਕਰੇ, ਸੇਵਾ ਸਿਮਰਨ ਭਜਨ ਕਰਨ ਨੂੰ ਮਨ ਕਰੇ, ਤੇ ਸਮਝ ਲਿਓ ਵੀ ਇਸ ਕਰਮ ਚੋਂ, ਸੇਵਾ ਚੋਂ, ਭਜਨ ਚੋਂ, ਸਿਮਰਨ ਚੋਂ ਰਸ ਆ ਰਿਹਾ ਹੈ। ਤੇ ਜਦੋਂ ਗੁੜਕਾ ਸਾਹਿਬ ਧੱਕੋ ਜ਼ੋਰੀ ਫੜਨਾ ਪਵੇ ਤੇ 5-7 ਵਾਰ ਅਲਾਰਮ ਤੇ ਵੀ ਹੱਥ ਮਾਰਨਾ ਪਵੇ, ਗਲੋਂ ਨਹੀਂ ਲੈਂਦਾ, ਬੰਦ ਨਹੀਂ ਹੁੰਦਾ, ਤੇ ਧੱਕੇ ਨਾਲ ਉੱਠਣਾ ਪਵੇ, ਕਿਉਂਕਿ ਗੁਰਦੁਆਰੇ ਨੂੰ ਕਿਹਾ ਸੀ ਪੰਜਾਂ ਪਿਆਰਿਆਂ ਨਾਮ ਜਪਣਾ ਹੈ, ਇਸ ਕਰਕੇ ਯਤਨ ਕੀਤਾ, ਉੱਠਿਆ ਨਹੀਂ ਜਾ ਰਿਹਾ। ਤੇ ਜੇ ਉੱਠ ਕੇ ਗੁੜਕਾ ਸਾਹਿਬ ਫੜ ਹੀ ਲਿਆ ਤੇ 35-40 ਵਾਸੀਆਂ ਆ ਗਈਆਂ ਜਪਜੀ ਸਾਹਿਬ ਕਰਦਿਆਂ ਹੀ, ਤੇ ਸਮਝ ਲਿਓ ਹਜੇ ਰਸ ਨਹੀਂ ਆਇਆ, ਸੰਸਾਰ ਚੋਂ ਹਜੇ ਰਸ ਹੈ। ਗੁੜਕਾ ਸਾਹਿਬ ਰੱਖਣ ਨੂੰ ਚਿੱਤ ਕਰਦਾ ਹੈ, ਪੜ੍ਹਨ ਨੂੰ ਚਿੱਤ ਨਹੀਂ ਕਰਦਾ। ਹੁਣ ਲੋਕ ਤੈਨੂੰ ਕਿਸ ਲਕਬ ਨਾਲ ਜਾਣਦੇ ਨੇ, ਚਾਹੇ ਤੈਨੂੰ ਲੋਕ ਮਹਾਪੁਰਸ਼ ਵੀ ਕਹਿੰਦੇ ਹੋਣ, ਜੇ ਤੇਰੇ ਅੰਦਰ ਐਸਾ ਰਸ ਨਹੀਂ ਹੈ ਤੇ ਇਹ ਲੋਕਾਂ ਦੀ ਕੋਈ ਬਾਤ ਨਹੀਂ। ਤੂੰ ਗੁਰੂ ਨਾਨਕ ਦੇ ਦਰ ਤੇ ਭਗਤ ਸੰਤ ਨਹੀਂ ਬਣਿਆ ਅਜੇ। ਜਿਹਨੂੰ ਕਹਿੰਦੇ ਰਸ ਆ ਜਾਵੇ ਉਹ ਸੰਤ ਹੈ। ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਅੱਗੇ ਆਪਣੀ ਪਾਕ ਬਾਣੀ ਵਿੱਚ ਕਹਿੰਦੇ ਨੇ, ਕਹਿੰਦੇ ਜਿਹਨੂੰ ਰਸ ਆ ਗਿਆ ਨਾ, ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਭਗਤ ਦੀ ਜਿਹੜੀ ਮਹਾਨਤਾ ਹੈ, ਦੁਨੀਆ ਵਿੱਚ ਮਹਿਮਾ ਹੈ, ਕਹਿੰਦੇ ਚਾਹੇ ਕੋਈ ਪੰਡਤ ਹੈ, ਵਿਦਵਾਨ ਹੈ, ਕਥਾਕਾਰ ਹੈ, ਗਿਆਨੀ ਹੈ, ਸੂਰ, ਚਾਹੇ ਕੋਈ ਸੂਰਮਾ ਹੈ, ਛਤਰਪਤ, ਇੱਕ ਰਾਜ ਨਹੀਂ ਕਈ ਰਾਜਾਂ ਨੂੰ ਜਿੱਤਣ ਵਾਲਾ ਰਾਜਾ, ਇਹ ਆਪਣੇ ਆਪ ਨੂੰ ਵੱਡੇ ਅਖਵਾਉਂਦੇ ਨੇ। ਸੂਰਮੇ ਬਲੀ ਅਖਵਾਉਂਦੇ ਨੇ, ਰਾਜੇ ਵੱਡੇ ਅਖਵਾਉਂਦੇ ਨੇ, ਪੰਡਤ ਚਤੁਰਬਖਤਾ ਵੱਡੇ ਅਖਵਾਉਂਦੇ ਨੇ, ਪਰ ਅਕਾਲ ਪੁਰਖ ਦੀ ਨਿਗਾਹ ਵਿੱਚ ਭਗਤ ਤੋਂ ਵੱਡਾ ਕੋਈ ਵੀ ਨਹੀਂ ਹੈ। ਭਗਤ ਦੇ, ਸੰਤ ਦੇ ਬਰਾਬਰ ਕੋਈ ਵੀ ਨਹੀਂ ਹੈ। ਸੋ ਮਹਾਰਾਜ ਇਹ ਗੱਲ ਸਮਝਾਉਂਦੇ ਨੇ ਵੀ ਜਿਵੇਂ ਚੁਪੱਤੀ ਹੁੰਦੀ ਹੈ ਨਾ, ਛੱਪੜ ਦੇ ਪਾਸ, ਪਾਣੀ ਦੇ ਪਾਸ ਉਹ ਹਰੀ ਜੀ ਬੂਟੀ, ਉਹ ਜੇ ਪਾਣੀ ਨਾ ਹੋਵੇ ਤੇ ਉਹ ਸੁੱਕ ਜਾਂਦੀ ਹੈ। ਬਸ ਕਹਿੰਦੇ ਸੰਤ ਇਸੇ ਤਰ੍ਹਾਂ ਦਾ ਹੀ ਹੈ। ਜੈਸੇ ਪੁਰੈਨ ਪਾਰ ਰਹਿ ਜਲ ਸਮੀਪ, ਭੰਨ ਰਵਿਦਾਸ ਜਨਮੇ ਜਗ ਹੋਏ। ਜਿਵੇਂ ਚੁਪੱਤੀ ਪਾਣੀ ਤੋਂ ਬਿਨਾਂ ਮਰਦੀ ਹੈ, ਸੰਤ ਬਾਣੀ ਤੋਂ ਬਿਨਾਂ ਮਰਦਾ ਹੈ, ਭਾਵ ਰਹਿ ਨਹੀਂ ਸਕਦਾ। ਸੰਤ ਦੀ ਭਗਤ ਦੀ ਇਹ ਅਵਸਥਾ ਹੈ।
ਐਸੇ ਹੀ ਭਗਤਾਂ ਦੇ ਵਿੱਚੋਂ, ਮਹਾਂਪੁਰਸ਼ਾਂ ਦੇ ਵਿੱਚੋਂ, ਗੁਰਮੁਖਾਂ ਦੇ ਵਿੱਚੋਂ ਭਗਤ ਨਾਮਦੇਵ ਜੀ ਹੋਏ ਨੇ, ਜਿਨ੍ਹਾਂ ਦਾ ਆਗਾਜ਼ ਕੱਤਕ ਸੁਦੀ ਏਕਾਦਸ਼ੀ ਐਤਵਾਰ ਸਾਲੇਵਾਹਨ ਸੰਮਤ ਅਨੁਸਾਰ 1192 ਵਿੱਚ ਤੇ ਈਸਵੀ ਅਨੁਸਾਰ 1270 ਦੇ ਵਿੱਚ ਤੇ ਬਿਕਰਮੀ ਅਨੁਸਾਰ 1327 ਦੇ ਵਿੱਚ ਇਸ ਮਹਾਂਪੁਰਸ਼ ਦਾ ਆਗਾਜ਼ ਹੋਇਆ ਹੈ। ਜਦੋਂ ਤੁਸੀਂ ਇਤਿਹਾਸ ਵਾਚਦੇ ਹੋ ਨਾ, ਨਰਸੀ ਬਾਮਨੀ ਇਹਨਾਂ ਦੇ ਪਿੰਡ ਦਾ ਨਾਮ ਹੈ, ਕਰਹਾੜ ਵੀ ਕਹਿੰਦੇ ਨੇ। ਮਹਾਰਾਸ਼ਟਰ ਦੇ ਵਿੱਚ ਕ੍ਰਿਸ਼ਨਾ ਨਦੀ ਦੇ ਕਿਨਾਰੇ ਇਹ ਨਗਰ ਹੈ। ਅੱਜ ਕੱਲ੍ਹ ਉਸ ਪਿੰਡ ਨੂੰ, ਨਰਸੀ ਬਾਮਨੀ ਨੂੰ, ਨਰਸੀ ਨਾਮਦੇਵ ਕਰਕੇ ਜਾਣਿਆ ਜਾਂਦਾ ਹੈ। ਜ਼ਿਲ੍ਹਾ ਹੰਗੋਲੀ ਹੈ। ਖੈਰ, ਉਸ ਮਹਾਂਪੁਰਸ਼ ਦਾ ਆਗਾਜ਼ ਹੋਇਆ ਪਿਤਾ ਦਾਮ ਸ਼ੇਟ ਨੇ। ਭਾਗਾਂ ਵਾਲੀ ਮਾਂ ਗੋਨਾ ਬਾਈ ਹੈ। ਵੇਖੋ, ਮੰਦਗੀ ਵਾਲੀ ਕੁੱਖ ਹੋਵੇ ਤੇ ਸਤਪੁਰਸ਼ਾਂ ਨੂੰ ਦੁਨੀਆ ਤੇ ਆਉਣ ਲਈ ਜਗ੍ਹਾ ਹਾਸਲ ਹੁੰਦੀ ਹੈ। ਉਸ ਸੰਤ ਦਾ ਦੁਨੀਆ ਤੇ ਆਗਾਜ਼ ਹੁੰਦਾ। ਇੱਕ ਭੈਣ ਵੀ ਸੀ ਵੱਡੀ, ਆਓ ਬਾਈ ਉਹਦਾ ਨਾਮ ਹੈ। ਹੁਣ ਜਦੋਂ ਦੁਨੀਆ ਦੇ ਉੱਤੇ ਪ੍ਰਗਟ ਹੁੰਦੇ ਨੇ, ਜਿਹੜਾ ਉਹਨਾਂ ਦਾ ਇਤਿਹਾਸ ਮਿਲਦਾ ਹੈ ਨਾ, ਅਗਰ ਤੁਸੀਂ ਉਹਨਾਂ ਦੇ ਇਤਿਹਾਸ ਨੂੰ ਵਾਚੋ, ਉਹਨਾਂ ਦੀ ਰਚਨਾ ਨੂੰ ਅਭੰਗ ਕਿਹਾ ਜਾਂਦਾ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੇ 61 ਸ਼ਬਦ ਨੇ। ਇਹਦੇ ਤੋਂ ਬਾਹਰ ਉਹਨਾਂ ਦੀ ਬੜੀ ਬਾਣੀ ਹੈ। ਉਹ ਜਿਹੜੀ ਬਾਹਰ ਬਾਣੀ ਹੈ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ, ਜੋ ਆਦਿ ਗ੍ਰੰਥ ਸਾਹਿਬ ਵਿੱਚ ਆ ਗਈ, ਉਹ ਤੇ ਗੁਰਬਾਣੀ ਹੋ ਗਈ। ਗੁਰੂ ਅਰਜਨ ਸਾਹਿਬ ਦੀ ਕਸਵੱਟੀ ਤੇ ਖਰੀ ਉਤਰੀ। ਜੋ ਬਾਹਰ ਹੈ ਉਹਦੇ ਵਿੱਚ ਉਹ ਇੱਕ ਜਗ੍ਹਾ ਜ਼ਿਕਰ ਕਰਦੇ ਨੇ ਆਪਣੇ ਜਨਮ ਬਾਰੇ। ਨਰਾਇਣ ਉਹਨਾਂ ਦਾ ਬੇਟਾ ਸੀ, ਉਹਦਾ ਨਾਮ ਹੀ ਉਹਨਾਂ ਪੰਕਤੀਆਂ ਵਿੱਚ ਉਹ ਲੈਂਦੇ ਨੇ। ਕਹਿੰਦੇ, ਸ਼ੁਕਲ ਏਕਾਦਸ਼ੀ ਕਾਰਤਿਕੀ ਰਵਿਦਾਰ, ਪ੍ਰਮੋਦ ਸੰਦ ਸਤਰ ਸ਼ਾਲੇਵਾਹਨ ਸ਼ੇਕ। ਇੱਕ ਸੰਨ ਤੇ ਹੈ ਰਾਜਾ ਵਿਕਰਮਾਦਿੱਤਿਆ ਦੇ ਨਾਂ ਤੇ ਚੱਲਦਾ, ਬਿਕਰਮੀ ਸੰਮਤ। ਇੱਕ ਈਸਵੀ ਸੰਮਤ ਹੈ। ਇੱਦਾਂ ਹੀ ਇੱਕ ਜਦੋਂ ਤੁਸੀਂ ਇਤਿਹਾਸ ਪੜ੍ਹੋ ਨਾ, ਸ਼ਾਲੇਵਾਹਨ ਸੰਮਤ ਹੈ। ਉਹ ਜਿਹੜਾ ਸੰਮਤ ਹੈ, ਉਹ ਵਿਕਰਮੀ ਤੋਂ ਜੇ ਤੁਸੀਂ ਧਿਆਨ ਦੇ ਨਾਲ ਖੋਜ ਕਰੋ ਨਾ, ਕੁਝ ਸਮਾਂ ਬਾਅਦ ਵਿੱਚ ਚੱਲਿਆ ਹੈ। ਤੇ ਇਹ ਜਿਹੜੀ ਈਸਵੀ ਹੈ, ਇਹਦੇ ਤੋਂ ਤਕਰੀਬਨ 78 ਸਾਲ ਬਾਅਦ ਦੇ ਵਿੱਚ ਇਹ ਸੰਮਤ ਚੱਲਿਆ ਹੈ। ਖੈਰ, ਉਹ ਮਹਾਂਪੁਰਸ਼ ਆਪ ਇਹ ਦਰਸਾਉਂਦੇ ਨੇ ਵੀ ਮੇਰਾ ਜਨਮ ਸ਼ਾਲੇਵਾਹਨ ਸੰਮਤ ਅਨੁਸਾਰ 1192 ਵਿੱਚ ਹੋਇਆ ਹੈ। ਆਪਾਂ ਈਸਵੀ ਅਨੁਸਾਰ 1270 ਕਹਿ ਦਿੰਦੇ ਹਾਂ, ਤੇ 1270 ਦੇ ਅਨੁਸਾਰ 2020 ਵਿੱਚ 750 ਸਾਲ ਬਣਦਾ ਹੈ। ਉਸ ਮਹਾਂਪੁਰਸ਼ ਦੀ ਸਮਾਜ ਨੂੰ ਦੇਣ ਕੀ ਹੈ? ਦੇਖੋ, ਉਹਨਾਂ ਦੀ ਜਿੰਨੀ ਵੀ ਬਾਣੀ ਹੈ ਨਾ, ਮਨੁੱਖਤਾ ਨੂੰ ਇੱਕ ਧਾਗੇ ਵਿੱਚ ਪਰੋਂਦੀ ਹੈ। ਜਾਤ ਪਾਤ ਵਰਣ ਵੰਡ ਦੀ ਜਿਹੜੀ ਨਫ਼ਰਤ ਹੈ ਉਸ ਨੂੰ ਖਤਮ ਕਰਦੀ ਹੈ। ਉਹਨਾਂ ਦੀ ਬਾਣੀ ਏਕਤਾ ਦਾ ਹੋਕਾ ਦਿੰਦੀ ਹੈ। ਪਰਮਾਤਮਾ ਦੀ ਬਣਾਈ ਸ੍ਰਿਸ਼ਟੀ ਨੂੰ ਆਪਸੀ ਪ੍ਰੇਮ ਭਾਵਨਾ ਸਿਖਾਉਂਦੀ ਹੈ। ਪਹਿਲਾਂ ਉਹਨਾਂ ਨੇ ਮੂਰਤੀ ਪੂਜਾ ਤੋਂ ਸ਼ੁਰੂਆਤ ਕੀਤੀ, ਸਰਗੁਣ ਦੀ ਪੂਜਾ ਤੋਂ ਚੱਲੇ ਤੇ ਫਿਰ ਨਿਰਗੁਣ ਤਾਈਂ, ਪਰਮਾਤਮਾ ਤਾਈਂ ਪਹੁੰਚੇ ਨੇ। ਮਹਾਰਾਸ਼ਟਰ ਦੇ ਸ਼੍ਰੋਮਣੀ ਭਗਤਾਂ ਚੋਂ ਉਹ ਮੰਨੇ ਗਏ। ਜਾਤ ਉਹਨਾਂ ਦੀ ਸ਼ੀਂਬਾ ਸੀ, ਵਰਣ ਵੰਡ ਅਨੁਸਾਰ। ਇਸ ਗੱਲ ਨੂੰ ਸਮਝਿਓ, ਜੈਸਾ ਕੋਈ ਕਾਰਜ ਕਰਦਾ ਸੀ ਵੈਸੀ ਹੀ ਜਾਤ, ਵੈਸਾ ਹੀ ਨਾਮਕਰਨ ਉਹਦਾ ਹੋ ਜਾਂਦਾ ਸੀ। ਨਾਮਦੇਵ ਜੀ ਦਾ ਜਿਹੜਾ
ਪਰਿਵਾਰ ਸੀ, ਉਹਦਾ ਕੰਮ ਸੀ ਕੱਪੜੇ ਰੰਗਣੇ, ਕੱਪੜਿਆਂ ਤੇ ਫੁੱਲ ਬੂਟੇ ਪਾਉਣੇ, ਛਾਪਣਾ, ਔਰ ਕੱਪੜੇ ਸਿਉਂ ਕੇ ਉਹਨਾਂ ਨੂੰ ਵੇਚਣਾ, ਵਪਾਰ ਕਰਨਾ। ਇਸ ਲਈ ਉਹਨਾਂ ਨੂੰ ਸ਼ੀਪਾ ਕਹਿੰਦੇ ਸਨ। ਆਪਾਂ ਪੰਜਾਬੀ 'ਚ ਸ਼ੀਂਬਾ ਕਹਿ ਦਿੰਦੇ ਹਾਂ। ਸ਼ੀਪਾ ਸੰਸਕ੍ਰਿਤ ਦਾ ਲਫ਼ਜ਼ ਹੈ। ਜਿਹੜੇ ਵਸਤਰਾਂ ਤੇ ਫੁੱਲ ਬੂਟੇ ਪਾਉਂਦੇ ਨੇ ਨਾ, ਉਹਨਾਂ ਨੂੰ ਸ਼ੀਪੇ ਕਿਹਾ ਜਾਂਦਾ ਹੈ। ਔਰ ਇਹ ਭਗਤ ਨਾਮਦੇਵ ਜੀ ਨੇ ਖੁਦ ਕਿਹਾ ਹੈ, ਕਹਿੰਦੇ ਸ਼ੀਪੇ ਕੇ ਘਰ ਜਨਮ ਦੈਲਾ, ਗੁਰ ਉਪਦੇਸ਼ ਪਹਿਲਾ। ਕਹਿੰਦੇ ਮੇਰਾ ਜਨਮ ਸ਼ੀਪਿਆਂ ਦੇ ਘਰ ਹੋਇਆ ਹੈ, ਪਰ ਮੈਨੂੰ ਗੁਰੂ ਦਾ ਉਪਦੇਸ਼ ਹਾਸਲ ਹੋ ਗਿਆ, ਜਿਸ ਕਰਕੇ ਨਿਜਾਤ ਮਿਲੀ ਹੈ, ਮੁਕਤੀ ਮਿਲੀ ਹੈ। ਸ਼ੀਪਿਆਂ ਵਾਲਾ ਕਰਮ ਉਹਨਾਂ ਦਾ ਪਰਿਵਾਰ ਕਰਦਾ ਸੀ, ਇਹ ਉਹਨਾਂ ਦੀ ਕਿਰਤ ਹੈ। ਹੁਣ ਜਿਹੜਾ ਇਸ਼ਟ ਦੇਵ ਹੈ ਨਾ, ਜਿਸ ਦੀ ਉਹ ਪੂਜਾ ਕਰਦੇ ਨੇ, ਉਹਨੂੰ ਬੀਠਲ ਭਗਵਾਨ ਕਹਿੰਦੇ ਸਨ। ਇੱਕ ਨਰਸੀ ਵਾਮਨੀ ਦੇ ਨੇੜੇ ਹੀ ਪੰਡਰਪੁਰ ਪਿੰਡ ਹੈ। ਇਹ ਜਿਹੜਾ ਨਗਰ ਸੀ ਨਾ, ਜ਼ਿਲ੍ਹਾ ਸ਼ੋਲਾਪੁਰ, ਇਸ ਨਗਰ ਦੇ ਵਿੱਚ ਇੱਕ ਕੇਸ਼ੋ ਰਾਜ ਦੀ ਸ੍ਰੀ ਕ੍ਰਿਸ਼ਨ ਦੀ ਮੂਰਤੀ ਹੈ ਮੰਦਿਰ ਦੇ ਵਿੱਚ, ਜਿਸ ਨੂੰ ਇਹ ਬੀਠਲ ਭਗਵਾਨ ਕਹਿੰਦੇ ਨੇ। ਇਹ ਬੀਠਲ ਭਗਵਾਨ ਦੇ ਉਪਾਸ਼ਕ ਸਨ। ਵੇਖੋ ਇਹਦਾ ਅਰਥ ਕੀ ਹੈ। ਵਿਠਲ ਤੋਂ ਬਿਠਲ ਬਣ ਗਿਆ। ਵੇ ਦਾ ਭਾਵ ਹੈ ਗਿਆਨ, ਤੇ ਠੱਠੇ ਦਾ ਭਾਵ ਹੁੰਦਾ ਬਿਨਾ, ਲਾ ਦਾ ਭਾਵ ਲੱਲੇ ਦਾ ਅੰਗੀਕਾਰ ਕਰਨਾ। ਉਹ ਭਗਵਾਨ ਜਿਹੜਾ ਗਿਆਨਹੀਨ ਮਹਾਮੂਰਖਾਂ ਨੂੰ ਅੰਗੀਕਾਰ ਕਰ ਲੈਂਦਾ ਹੈ, ਚਰਨਾਂ ਨਾਲ ਲਾ ਲੈਂਦਾ ਹੈ। ਇਹਦਾ ਇੱਕ ਅਰਥ ਮਹਾਨ ਕੋਸ਼ ਦੇ ਵਿਦਵਾਨ ਕਾਨ ਸਿੰਘ ਨਾਭਾ ਜੀ ਹੁਣੀ ਇਹ ਕਰਦੇ ਨੇ। ਇੱਕ ਮਹਾਂਪੁਰਸ਼ ਹੋਏ ਨੇ ਡਾਕਟਰ ਭਾਈ ਵੀਰ ਸਿੰਘ ਜੀ, ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਦੇ ਵਿੱਚ ਅਰਥ ਕੀਤਾ ਹੈ, ਵੇ ਤੋਂ ਭਾਵ ਗਿਆਨ ਹੈ, ਠੱਠੇ ਤੋਂ ਭਾਵ ਗਰੀਬੀ ਹੈ, ਲੱਲੇ ਤੋਂ ਭਾਵ ਲੈ ਲੈਣਾ। ਉਹ ਭਗਵਾਨ ਜਿਹੜਾ ਕੰਗਾਲਾਂ ਨੂੰ, ਗਰੀਬਾਂ ਨੂੰ ਕਬੂਲ ਕਰਦਾ ਹੈ। ਸੋ ਇਸ ਕਾਰਨ ਬਿਠਲ ਭਗਵਾਨ ਦੀ ਜਿਹੜੀ ਪੂਜਾ ਸੀ ਨਾ, ਉਹ ਨਿਰਧਨ ਲੋਕ, ਗਰੀਬ ਲੋਕ ਬੜੀ ਕਰਦੇ ਸਨ ਪੰਡਰਪੁਰ ਮੰਦਿਰ ਵਿੱਚ ਜਾ ਕਰਕੇ। ਤੇ ਇਹ ਪਰਿਵਾਰ ਬੀਠਲ ਭਗਵਾਨ ਦਾ ਸੇਵਕ ਸੀ। ਪਿਤਾ ਦਾਮ ਸ਼ੇਠ ਆਪਣੇ ਕੱਪੜੇ ਦਾ ਵਪਾਰ ਵਧਾਉਣ ਲਈ ਪੰਡਰਪੁਰ ਜਾਂਦੇ ਸਨ, ਤੇ ਨਾਲ ਨਾਲ ਉਹ ਭਗਵਾਨ ਦੀ ਪੂਜਾ ਕਰ ਆਉਂਦੇ ਸਨ। ਆਸਥਾ ਸ਼ਰਧਾ ਸੀ ਉਹਦੇ ਪ੍ਰਤੀ। ਹੁਣ ਮਨ ਵਿੱਚ ਆਇਆ ਵੀ ਨਰਸੀ ਵਾਮਨੀ ਤੋਂ ਪੰਡਰਪੁਰ ਹੀ ਸਦੀਵੀ ਚਲੇ ਜਾਣੇ ਆ, ਰਹਾਇਸ਼ ਹੀ ਉੱਥੇ ਲੈ ਜਾਈਏ, ਨਾਲੇ ਤੇ ਆਪਦੇ ਇਸ਼ਟ ਦੇਵ ਦੇ ਦਰਸ਼ਨ ਕਰ ਲਿਆ ਕਰਾਂਗੇ ਤੇ ਨਾਲੇ ਵਪਾਰ ਵੱਧ ਜਾਵੇਗਾ। ਇਹ ਸੋਚ ਕੇ ਪਰਿਵਾਰ ਨੂੰ ਲੈ ਕੇ ਦਾਮ ਸ਼ੇਠ ਜੀ ਪੰਡਰਪੁਰ ਚਲੇ ਜਾਂਦੇ ਨੇ। ਹੁਣ ਉੱਥੇ ਰਹਿਣ ਵਸੇਬਾ ਕੀਤਾ ਹੈ। ਇੱਕ ਗੱਲ ਦਾ ਖਿਆਲ ਰੱਖਿਓ ਤੁਸੀਂ, ਕੁਝ ਪੰਜਾਬ ਤੋਂ ਯੂਪੀ ਆ ਗਏ, ਕੁਝ ਯੂਪੀ ਤੋਂ ਕੈਨੇਡਾ ਅਮਰੀਕਾ ਵੀ ਗਏ ਹੋਣਗੇ। ਇਹ ਦਾਣਾ ਪਾਣੀ ਜਿੱਥੇ ਜਿੱਥੇ ਪ੍ਰਮਾਤਮਾ ਨੇ ਖਿਲਾਰਿਆ ਹੈ, ਉੱਥੇ ਜਾਣਾ ਹੀ ਪੈਂਦਾ ਹੈ। ਜਹ ਰੱਖੈ ਆਪ ਤਹ ਜਾਏ ਖਲੋਵਣਾ, ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉ ਹੋਵਣਾ। ਇਹ ਸਾਰੀ ਖੇਡ ਪ੍ਰਮਾਤਮਾ ਦੇ ਹੁਕਮ ਵਿੱਚ ਹੈ। ਉਹ ਚੋਗਾ ਖਿਲਾਰ ਦਿੰਦਾ ਤੇ ਪੰਛੀ ਚੁਗਦੇ ਫਿਰਦੇ ਨੇ ਨਾ, ਇਦਾਂ ਹੀ ਆਪਣਾ ਜਿੱਥੇ ਜਿੱਥੇ ਚੋਗਾ ਖਿਲ ਰਿਹਾ ਹੈ, ਇਹ ਚੁਗਣਾ ਹੀ ਪੈਣਾ। ਜਦੋਂ ਦਾਣੇ ਮੁੱਕ ਗਏ ਤੇ ਫਿਰ ਖੁਸ਼ੇ ਹੋ ਜਾਣੇ ਨੇ। ਫਿਰ ਨਾਨਕ ਢੇਰੀ ਸ਼ਾਰ ਕੀ ਭੀ ਫਿਰ ਹੋਈ, ਸ਼ਾਰ ਫਿਰ ਬੰਦਾ ਮਿੱਟੀ ਹੋ ਜਾਂਦਾ ਹੈ। ਹੁਣ ਇੱਥੇ ਪੰਡਰਪੁਰ ਰਹਿੰਦਾ ਹੈ ਪਰਿਵਾਰ, ਤੇ ਸਨਾਤਨ ਮਤ ਅਨੁਸਾਰ ਮੂਰਤੀ ਦੀ ਪੂਜਾ ਦਾਮ ਸ਼ੇਠ ਜੀ ਕਰਦੇ ਨੇ ਮੰਦਿਰ ਜਾ ਕੇ। ਥਾਲੀ ਦੇ ਵਿੱਚ ਸਮਗਰੀ ਧੂਫ ਆਦਿਕ ਪਾ ਕੇ ਲੈ ਜਾਂਦੇ ਨੇ, ਜਾ ਕੇ ਮੂਰਤੀ ਦੀ ਪੂਜਾ ਕਰਦੇ ਨੇ। ਗਊ ਕਪਲ ਚਿੱਟੇ ਰੰਗ ਦੀ ਸੁੰਦਰ ਗਊ ਚੋ ਕੇ ਦੁੱਧ ਲੈ ਜਾਂਦੇ ਨੇ, ਪੂਜਾ ਕਰਦੇ ਨੇ, ਠਾਕਰਾਂ ਨੂੰ ਭੋਗ ਲਵਾਉਂਦੇ ਨੇ, ਮੂਰਤੀ ਨਾਲ ਸੁਹਾ ਦਿੰਦੇ ਨੇ। ਤੇ ਨਾਮਦੇਵ ਜੀ ਬੜੀ ਜਿੱਦ ਕਰਦੇ ਨੇ ਪਿਤਾ ਜੀ ਵੀ ਮੈਨੂੰ ਵੀ ਲੈ ਕੇ ਜਾਓ, ਸੇਵਾ ਕਰਨੀ ਹੈ। ਉਹ ਪਿਤਾ ਟੋਕਦੇ ਨੇ ਵੀ ਤੇਰੀ ਉਮਰ ਛੋਟੀ ਹੈ,
ਸੋ ਉਡੀਕ ਹੈ ਮਨ ਵਿੱਚ ਵੀ ਮੇਰਾ ਸਮਾਂ ਕਦੋਂ ਆਵੇਗਾ। ਸਬੱਬ ਬਣ ਗਿਆ। ਭਾਈ ਗੁਰਦਾਸ ਬਾਣੀ ਦੀ ਕੁੰਜੀ ਅਖਵਾਉਂਦੇ ਨੇ ਉਹਨਾਂ ਦੇ ਬੋਲ। ਗੁਰਬਾਣੀ ਦਾ ਅਰਥ ਕਿਸੇ ਕੋਲੋਂ ਨਾ ਖੁੱਲੇ ਤੇ ਵਾਰਾਂ ਪੜ੍ਹ ਲਿਆ ਕਰੋ, ਤੁਹਾਨੂੰ ਸੌਖੀ ਸਮਝ ਆ ਜਾਵੇਗੀ। ਕਹਿੰਦੇ ਪਿਤਾ ਕਿਸੇ ਕਾਰਜ ਵਪਾਰ ਆਦਿਕ ਲਈ ਪੰਡਰਪੁਰ ਤੋਂ ਬਾਹਰ ਚੱਲੇ ਨੇ। ਕੰਮ ਕਿਤੇ ਪਿਓ ਚੱਲਿਆ, ਨਾਮਦੇਵ ਨੂੰ ਆਖ ਸਿਧਾਇਆ। ਨਾਮਦੇਵ ਜੀ ਨੂੰ ਜਾਣ ਲੱਗੇ, ਆਖਦੇ ਨੇ ਠਾਕੁਰ ਦੀ ਸੇਵਾ ਕਰੀ, ਦੁੱਧ ਪਿਆਵਣ ਕਹਿ ਸਮਝਾਇਆ। ਠਾਕਰਾਂ ਦੀ ਸੇਵਾ ਕਰੀ, ਦੁੱਧ ਪਿਆਉਣਾ ਹੈ, ਦੁੱਧ ਨੂੰ ਭੋਗ ਲਵਾਉਣਾ ਹੈ, ਸਾਰੀ ਗੱਲ ਸਮਝਾ ਦਿੱਤੀ। ਸਵੇਰ ਹੋਈ ਤੇ ਭਗਤ ਨਾਮਦੇਵ ਜੀ ਨੇ ਪਿਤਾ ਦੇ ਕਹੇ ਅਨੁਸਾਰ ਉਹ ਜਿਹੜੀ ਕਪਲ ਗਊ ਹੈ ਨਾ, ਉਹਦਾ ਦੁੱਧ ਲੈ ਲਿਆ। ਗਊ ਚੋਈ ਹੈ ਤੇ ਥਾਲੀ ਵਿੱਚ ਸਮੱਗਰੀ ਪਾ ਲਈ। ਨੈਵੇਦ, ਨੈਵੇਦ ਤੋਂ ਭਾਵ ਹੁੰਦਾ ਹੈ ਦੇਵਤਿਆਂ ਨੂੰ ਨਿਵੇਦਨ ਕਰਨਾ, ਭਾਵ ਦੇਵਤਿਆਂ ਨੂੰ ਅਰਪਿਆ ਹੋਇਆ ਪਦਾਰਥ, ਭੇਟਾ ਕੀਤਾ ਹੋਇਆ ਪਦਾਰਥ, ਜੋ ਸਮੱਗਰੀ ਦੇਵਤਿਆਂ ਨੂੰ ਚੜਾਈ ਜਾਂਦੀ ਹੈ। ਥਾਲੀ 'ਚ ਨੈਵੇਦ ਦਾ ਸਾਜੋ ਸਮਾਨ ਹੈ, ਸਮੱਗਰੀ ਲੈ ਲਈ ਹੈ। ਬਾਲ ਅਵਸਥਾ ਹੈ, ਭੋਲਾਪਨ ਹੈ। ਮੰਦਰ ਨੂੰ ਚੱਲ ਪਏ ਨੇ ਤੇ ਮੰਦਰ ਵਿੱਚ ਜਾ ਕਰਕੇ ਜਿਸ ਤਰ੍ਹਾਂ ਪਿਤਾ ਨੇ ਸਮਝਾਇਆ ਸੀ ਨਾ ਵੀ ਪੂਜਾ ਕਰਨੀ ਹੈ, ਭਗਵਾਨ ਨੂੰ ਇਹ ਅੰਨ ਭੇਟ ਕਰਨਾ ਹੈ, ਦੁੱਧ ਨੂੰ ਭੋਗ ਲਵਾਉਣਾ ਹੈ, ਉਸੇ ਤਰ੍ਹਾਂ ਹੀ ਭਗਤ ਜੀ ਨੇ ਕੀਤਾ। ਹੁਣ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਸ ਗੱਲ ਦਾ ਖਿਆਲ ਰੱਖਿਓ, ਪਰਮਾਤਮਾ ਹਰ ਜ਼ਰੇ ਵਿੱਚ ਹੈ, ਪਰ ਜਿਹੜਾ ਪੱਥਰ ਹੁੰਦਾ ਹੈ ਨਾ, ਇਹ ਜੜ ਹੁੰਦਾ ਹੈ। ਹੁਣ ਪੱਥਰ ਨੇ ਤੇ ਭੋਜਨ ਛਕਣਾ ਨਹੀਂ ਹੈ, ਪਰ ਹੁਣ ਇਹ ਬਾਲ ਅਵਸਥਾ ਵਿੱਚ ਨੇ, ਇਹ ਕਦੇ ਪਿਤਾ ਦੇ ਨਾਲ ਪੂਜਾ ਕਰਨ ਤੇ ਗਏ ਨਹੀਂ। ਇਹਨਾਂ ਜਿੱਦ ਫੜ ਲਈ ਵੀ ਉਹ ਜਿਹੜੀ ਮੂਰਤ ਹੈ ਭਗਵਾਨ ਦੀ, ਉਹਨੂੰ ਦੁੱਧ ਵੀ ਛਕਾਉਣਾ ਹੈ ਤੇ ਭੋਜਨ ਵੀ ਛਕਾਉਣਾ ਹੈ। ਇਹ ਜਿੱਦ ਫੜ ਲਈ ਉਹਨਾਂ ਨੇ, ਇਸ ਜਿੱਦ ਤੇ ਅੜੇ ਹੋਏ ਨੇ, ਬੇਨਤੀਆਂ ਕਰ ਰਹੇ ਨੇ। ਬੜਾ ਸੁੰਦਰ ਭਾਈ ਗੁਰਦਾਸ ਜੀ ਨੇ ਲਿਖਿਆ, ਨਾਮ ਦਿਓ ਇਸ਼ਨਾਨ ਕਰ, ਕਪਲ ਗਾਏ ਦੋਹੇ ਲੈ ਕੇ ਆਇਆ। ਗਊ ਚੋ ਲਈ ਹੈ, ਠਾਕਰ ਨੂੰ ਨਹਾਲ ਕੇ, ਚਰਨੋਦਕ ਲੈ ਤਿਲਕ ਚੜਾਇਆ। ਤਿਲਕ ਆਦਿਕ ਲਾਇਆ ਹੈ, ਠਾਕੁਰ ਦਾ ਇਸ਼ਨਾਨ ਕਰਾਇਆ ਹੈ। ਅੱਛਾ, ਭਗਤ ਨਾਮਦੇਵ ਜੀ ਨੇ ਆਪਣੀ ਆਟੋਬਾਇਓਗ੍ਰਾਫੀ ਵਿੱਚ, ਆਪਣੇ ਪਾਕ ਸ਼ਬਦਾਂ ਵਿੱਚ ਵੀ ਇਹ ਲਫ਼ਜ਼ ਕਹੇ ਨੇ। ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੋ, ਉਹ ਕਹਿੰਦੇ ਨੇ, ਦੂਧ ਕਟੋਰਾ ਗੜਵੈ ਪਾਣੀ, ਕਪਲ ਗਾਏ ਨਾਮੇ ਦੋਹਿਆਨੀ। ਕਹਿੰਦੇ ਗੜਵੇ 'ਚ ਪਾਣੀ ਹੈ, ਕਟੋਰੇ 'ਚ ਕਪਲ ਗਾਂ ਨੂੰ ਚੋ ਕੇ ਮੈਂ ਦੁੱਧ ਪਾ ਲਿਆ ਹੈ ਤੇ ਪੂਰੀ ਤਿਆਰੀ ਕਰਕੇ ਕਹਿੰਦੇ ਮੈਂ ਮੰਦਰ ਵੱਲ ਨੂੰ ਚੱਲਿਆ ਹਾਂ। ਔਰ ਜਿੱਦਾਂ ਪਿਤਾ ਨੇ ਵਿਧੀ ਦੱਸੀ ਸੀ ਨਾ, ਉਸੇ ਅਨੁਸਾਰ ਹੀ ਭਗਤ ਨੇ ਇਹ ਕਰਮ ਕੀਤਾ ਹੈ। ਜਾ ਕੇ ਠਾਕੁਰਾਂ ਦੀ ਸੇਵਾ ਕੀਤੀ ਤੇ ਭਾਈ ਗੁਰਦਾਸ ਕਹਿੰਦੇ ਉਹ ਬਾਲ ਬੁੱਧ, ਉਹ ਭੋਲਾ ਭਗਤ ਹੱਥ ਜੋੜ ਕੇ, ਹੱਥ ਜੋੜ ਬਿਨਤੀ ਕਰੈ, ਦੂਧ ਪੀਓ ਜੀ ਗੋਬਿੰਦ ਰਾਇਆ। ਕਹਿੰਦਾ ਭਗਵਾਨ ਦੁੱਧ ਛਕ ਲਓ। ਗੁਰੂ ਗ੍ਰੰਥ ਸਾਹਿਬ ਦੇ ਵੀ ਬੋਲ ਨੇ, ਦੂਧ ਪੀਓ ਗੋਬਿੰਦੇ ਰਾਏ, ਦੂਧ ਪੀਓ ਮੇਰੋ ਮਨ ਪਤੀ ਆਏ। ਮੇਰਾ ਮਨ ਤਾਂ ਸੀਜੇਗਾ ਜੇ ਤੁਸੀਂ ਦੁੱਧ ਪੀਓਗੇ ਤੇ। ਖੈਰ ਉਹ ਪੱਥਰ ਦੀ ਮੂਰਤ ਹੈ। ਐਸੀ ਭਾਵਨਾ ਦੇ ਨਾਲ ਬੇਨਤੀਆਂ ਕਰਦੇ ਰਹੇ ਭਗਤ ਜੀ, ਜੋਦੜੀਆਂ ਕਰਦੇ ਰਹੇ, ਅੰਦਰ ਵੈਰਾਗ ਹੈ।
ਹੁਣ ਦਾਮ ਸ਼ੇਠ ਜੀ ਨੇ ਤੇ ਆਖਿਆ ਸੀ ਵੀ ਭੋਗ ਲਵਾ ਕੇ ਆ ਜਾਈ, ਤੇ ਇਹ ਭੋਗ ਦਾ ਮਤਲਬ ਸਮਝਦੇ ਨੇ ਵੀ ਛਕਾ ਕੇ ਆਉਣਾ, ਵੀ ਉਹ ਛਕਦੇ ਹੋਣਗੇ, ਭੋਗ ਲਾਉਂਦੇ ਹੋਣਗੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਦੇਖੋ ਪੱਥਰ ਛਕਦਾ ਨਹੀਂ ਹੈ, ਪੱਥਰ ਬੋਲਦਾ ਨਹੀਂ ਹੈ, ਪੱਥਰ ਜੜ ਹੈ, ਤੁਹਾਡੀ ਮਦਦ ਨਹੀਂ ਕਰ ਸਕਦਾ। ਨਾ ਪਾਥਰ ਬੋਲੇ ਨਾ ਕਿਛ ਦੇ, ਫੋਕਟ ਕਰਮ ਨਿਹਫਲ ਹੈ ਸੇਵ। ਉੱਥੋਂ ਕੁਝ ਨਹੀਂ ਮਿਲਣਾ ਪੱਥਰ ਚੋਂ। ਹੁਣ ਇਹ ਤੇ ਇੱਕ ਤਰੀਕਾ ਹੈ ਵੀ ਜਦੋਂ ਲੋਕ ਉਸ ਮੂਰਤ ਨੂੰ ਭੋਗ ਲਵਾਉਣ ਆਉਣਗੇ ਨਾ, ਉਹ ਮੂਰਤ ਨੇ ਕੁਝ ਛਕਣਾ ਤੇ ਹੈ ਨਹੀਂ ਹੈ, ਤੁਸੀਂ ਸਾਜੋ ਸਮੱਗਰੀ ਸਾਰੀ ਉੱਥੇ ਹੀ ਛੱਡ ਜਾਣੀ ਹੈ, ਤੇ ਉਹ ਬ੍ਰਾਹਮਣ ਛਕ ਕੇ ਆਨੰਦ ਲੈਂਦਾ ਹੈ। ਹੁਣ ਹੋਇਆ ਇਸ ਤਰ੍ਹਾਂ, ਲੋਕ ਖੜਦੇ ਨੇ, ਰਾਸ਼ਨ ਪਾਣੀ ਛੁਆਉਂਦੇ ਨੇ ਮੂਰਤ ਨੂੰ, ਉਹ ਚੋਂ ਕੁਝ ਪ੍ਰਸ਼ਾਦ ਘਰ ਲੈ ਆਉਂਦੇ ਨੇ, ਤੇ ਬਾਕੀ ਉੱਥੇ ਬ੍ਰਾਹਮਣ ਸਾਂਭ ਲੈਂਦਾ ਹੈ। ਹੁਣ ਭੋਲੇ ਭਾਲੇ ਭਗਤ ਜੀ ਇਹ ਗੱਲ ਨਹੀਂ ਜਾਣਦੇ, ਬਚਪਨ ਹੈ, ਛੋਟੀ ਉਮਰ ਹੈ। ਕਰਮ ਕਾਂਡ ਉਹ ਹੈ ਜਦੋਂ ਕੋਈ ਕਰਮ ਭਾਵਨਾ ਤੋਂ ਬਿਨਾਂ ਕਰੀਏ, ਪ੍ਰੇਮ ਤੋਂ ਬਿਨਾਂ ਕਰੀਏ। ਜਿਵੇਂ ਲਾੜੇ ਤੋਂ ਬਿਨਾਂ ਜੰਝ ਨਹੀਂ ਨਾ ਸ਼ੋਭਾ ਪਾਉਂਦੀ, ਇੱਦਾਂ ਹੀ ਪ੍ਰੇਮ ਤੋਂ ਬਿਨਾਂ ਚਾਹੇ ਤੂੰ ਸੇਵਾ ਕਰ ਲੈ, ਚਾਹੇ ਤੂੰ ਭਜਨ ਕਰ ਲੈ, ਕੋਈ ਵੀ ਕਰਮ ਕਰ ਲੈ, ਉਹ ਪ੍ਰਵਾਨ ਨਹੀਂ ਹੈ, ਸ਼ੋਭਾ ਨਹੀਂ ਪਾਉਂਦਾ ਉਹ। ਸੋ ਇਹ ਬਾਬਾ ਨਾਮਦੇਵ ਇਹ ਕਰਮ ਕਾਂਡ ਤੇ ਕਰ ਨਹੀਂ ਰਹੇ, ਇਹ ਭਾਵਨਾ ਦੇ ਸਹਿਤ ਹਰ ਕਰਮ ਕਰ ਰਹੇ ਨੇ। ਜੇ ਭਾਵਨਾ ਨਹੀਂ ਹੈ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਭ ਫੋਕਟ ਨਿਸ਼ਚੋ ਕਰਮੰ, ਇਹ ਨਿਸ਼ਚੈ ਕਰ ਲੈ, ਇਹ ਸਮਝ ਲੈ, ਵਿਸ਼ਵਾਸ ਕਰ ਇਸ ਗੱਲ ਤੇ, ਜੇ ਪ੍ਰੇਮ ਨਹੀਂ ਹੈ ਤੇ ਕੋਈ ਕਰਮ ਵੀ ਤੇਰਾ ਪ੍ਰਵਾਨ ਨਹੀਂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 10ਵੇਂ ਗ੍ਰੰਥ ਵਿੱਚ ਕਿਹਾ ਹੈ, ਸਭ ਕਰਮ ਫੋਕਟ ਜਾਨ। ਜੇ ਨਾਮ ਨਹੀਂ ਨਾ ਜਪਦਾ, ਸਭ ਧਰਮ ਨਿਹਫਲ ਮਾਨ, ਬਿਨ ਏਕ ਨਾਮ ਆਧਾਰ, ਸਭ ਕਰਮ ਭਰਮ ਵਿਚਾਰ। ਜੇ ਭਾਵਨਾ ਨਹੀਂ ਹੈ ਤੇ ਗੱਲ ਨਹੀਂ ਬਣੇਗੀ। ਹੁਣ ਜੰਝ ਚੱਲੀ ਹੋਵੇ ਨਾ, ਲੜਕੀ ਨੂੰ ਵਿਆਹੁਣ, ਤੇ ਜਾ ਕੇ ਕੁੜੀ ਵਾਲਿਆਂ ਦਾ ਕੁੰਡਾ ਖੜਕਾ ਦੇਣ ਵੀ ਅਸੀਂ ਲੜਕੀ ਨੂੰ ਵਿਆਹੁਣ ਆਏ ਹਾਂ, ਤੇ ਉਹ ਪੁੱਛਦੇ ਹੀ ਨੇ ਨਾ ਵੀ ਲਾੜਾ ਕਿੱਥੇ ਹੈ, ਤੇ ਲਾੜਾ ਦੇਵਨੇਤ ਨਾਲ ਕਿਤੇ ਪਿੱਛੇ ਹੀ ਰਹਿ ਜਾਵੇ, ਤੇ ਤੁਸੀਂ ਆਖੋ ਵੀ ਲਾੜਾ ਤੇ ਆਇਆ ਨਹੀਂ ਹੈ, ਲਾੜਾ ਤੇ ਨਾਲ ਹੈ ਨਹੀਂ ਹੈ, ਲਾੜੇ ਨੇ ਤੇ ਆਉਣਾ ਨਹੀਂ ਹੈ, ਤੇ ਲੜਕੀ ਵਾਲਿਆਂ ਕੁੰਡਾ ਮਾਰ ਲੈਣਾ, ਤੁਹਾਨੂੰ ਵਾਪਸ ਮੋੜ ਦੇਣਾ। ਤੁਹਾਡੀ ਲਾੜੇ ਤੋਂ ਬਿਨਾਂ ਜੰਝ ਦੀ ਹਸਤੀ ਕੋਈ ਨਹੀਂ ਹੈ। ਇੱਦਾਂ ਹੀ ਸਿਮਰਨ ਭਜਨ ਸੇਵਾ ਪੂਜਾ ਅਰਚਨਾ, ਜੇ ਅੰਦਰ ਭਾਵਨਾ ਨਹੀਂ ਹੈ, ਪ੍ਰੇਮ ਰੂਪੀ ਲਾੜਾ ਨਹੀਂ ਹੈ, ਤੇ ਇਹ ਕਰਮ ਇਹ ਜਾਂਝੀ ਪ੍ਰਵਾਨ ਨਹੀਂ ਹੁੰਦੇ ਰੱਬ ਦੇ ਦਰ ਤੇ। ਅਗਰ ਪ੍ਰੇਮ ਹੈ ਤੇ ਸਾਰੇ ਹੀ ਕਰਮ ਪ੍ਰਵਾਨ ਨੇ। ਕਈ ਵਾਰ ਵਧੋ ਰੁੱਧੀ ਦਾ, ਲੋਕ ਵਿਖਾਵੇ ਦਾ ਵੀ ਅਸੀਂ ਇਹ ਦੁਨੀਆ ਦੇ ਅੰਦਰ ਵਡਿਆਈ ਹਾਸਲ ਕਰਨ ਲਈ ਕਰਮ ਕਰਦੇ ਆ, ਇਹ ਪ੍ਰਵਾਨ ਨਹੀਂ। ਮਹਾਰਾਜ ਕਹਿੰਦੇ ਅੱਜ ਇੱਕ ਕਰਮ ਕਾਂਡੀ ਨਹੀਂ, ਨਿਰਮਲ ਬੁੱਧ, ਨਿਰਮਲ ਬਾਲਕ ਜੋਦਨੀਆਂ ਕਰ ਰਿਹਾ ਹੈ ਔਰ ਬੇਨਤੀ ਕਰ ਰਿਹਾ ਹੈ ਵੀ ਭੋਗ ਲਾਓ। ਬੇਨਤੀ ਕਰਦਿਆਂ ਕਰਦਿਆਂ ਵੈਰਾਗ ਵਿੱਚ ਆ ਗਏ, ਤੇ ਅੱਖਾਂ ਭਰ ਕੇ ਕਹਿੰਦੇ ਵੀ ਜੇ ਤੁਸੀਂ ਦੁੱਧ ਨਾ ਛਕਿਆ, ਮੈਂ ਇਸੇ ਤਰ੍ਹਾਂ ਕਟੋਰੀ ਵਿੱਚ ਦੁੱਧ ਵਾਪਸ ਲੈ ਗਿਆ, ਮੇਰਾ ਪਿਤਾ ਮੈਨੂੰ ਝਿੜਕਾਂ ਦੇਵੇਗਾ। ਹੋ ਸਕਦਾ ਹੈ ਮੈਨੂੰ ਅਗਾਂਹ ਤੋਂ ਕਦੇ ਭੋਗ ਲਵਾਉਣ ਹੀ ਨਾ ਭੇਜੇ, ਮੇਰੀ ਇਹ ਸੇਵਾ ਹੀ ਖੋਹ ਲਵੇ। ਨਾ ਹੀ ਤੋ ਘਰ ਕੋ ਬਾਪ ਰਿਸਾਏ, ਭਗਤ ਜੀ ਬਾਣੀ ਚ ਆਪ ਕਹਿੰਦੇ ਨੇ ਮੇਰਾ ਪਿਤਾ ਗੁੱਸੇ ਹੋ ਜਾਵੇਗਾ, ਤੁਸੀਂ ਭੋਗ ਨਹੀਂ ਲਾ ਰਹੇ। ਮਾਈ ਫਾਦਰ ਵਿਲ ਬੀ ਐਂਗਰੀ, ਗੁੱਸਾ ਕਰੇਗਾ ਉਹ। ਖੈਰ ਇੱਦਾਂ ਦੇ ਤਰਲੇ ਲਏ, ਬੇਨਤੀਆਂ ਕੀਤੀਆਂ, ਅੱਖਾਂ ਮੀਟ ਕੇ ਬੀਠਲ ਭਗਵਾਨ ਨੂੰ ਯਾਦ ਕਰੀ ਗਏ, ਤੇ ਯਾਦ ਕਰਦਿਆਂ ਕਰਦਿਆਂ ਪਰਮਾਤਮਾ ਜਿਹੜਾ ਹੈ ਨਾ, ਹੁਣ ਉਹਦੀ ਮਰਜ਼ੀ ਹੈ, ਉਹ ਹਰ ਜ਼ਰੇ ਚੋਂ ਪ੍ਰਗਟ ਹੋ ਸਕਦਾ ਹੈ, ਚਾਹੇ ਪੱਥਰ ਜੜ ਹੈ, ਚੇਤਨ ਹੈ। ਕਰਮ ਕਾਂਡੀ ਲਈ ਰੱਬ ਨਹੀਂ ਹੈ, ਕਿਤੇ ਵੀ ਨਹੀਂ ਹੈ।
ਜਿਸ ਦੇ ਅੰਦਰ ਭਾਵਨਾ ਹੈ ਉਹਦੇ ਲਈ ਹਰ ਸਰੇ ਵਿੱਚ ਪ੍ਰਮਾਤਮਾ ਹੈ। ਨਿਸ਼ਚਾ ਧਾਰ ਲਿਆ ਵੀ ਪ੍ਰਮਾਤਮਾ ਛਕੇਗਾ ਜ਼ਰੂਰ। ਵੈਰਾਗ ਵਿੱਚ ਤਰਲੇ ਲੈਂਦੇ ਰਹੇ ਵੀ ਜੇ ਤੁਸੀਂ ਨਾ ਛਕਿਆ ਤੇ ਮੈਂ ਵੀ ਭੋਜਨ ਨਹੀਂ ਕਰਨਾ, ਮੈਂ ਘਰ ਨਹੀਂ ਜਾਣਾ। ਭਾਈ ਗੁਰਦਾਸ ਕਹਿੰਦੇ ਨਿਹਚੋ ਕਰ ਆਰਾਧਿਆ, ਹੋਏ ਦਇਆਰ ਦਰਸ ਦਿਖਲਾਇਆ। ਭਰੀ ਕਟੋਰੀ ਨਾਮਦੇਵ, ਲੈ ਠਾਕਰ ਨੂੰ ਦੂਧ ਪਿਆਇਆ। ਆਰਾਧਦੇ ਰਹੇ ਤੇ ਪ੍ਰਮਾਤਮਾ ਪ੍ਰਗਟ ਹੋ ਗਿਆ। ਤੇ ਪ੍ਰਗਟ ਹੋ ਕੇ ਭਗਤ ਨਾਮਦੇਵ ਜੀ ਨੂੰ ਕਹਿੰਦੇ ਵੀ ਲਿਆ ਦੁੱਧ ਛਕਾ, ਮੈਂ ਛਕ ਲੈਣਾ ਹੈ। ਭਾਈ ਗੁਰਦਾਸ ਕਹਿੰਦੇ ਦੁੱਧ ਛਕਾਇਆ। ਹੁਣ ਬਾਬਾ ਨਾਮਦੇਵ ਨੂੰ ਪੁੱਛੋ ਵੀ ਅੱਜ ਕੱਲ੍ਹ ਤਰਕ ਬੜਾ ਚੱਲਦਾ ਹੈ। ਇਹ ਕਹਿੰਦੇ ਜੀ ਨਹੀਂ, ਪ੍ਰਮਾਤਮਾ ਕਿੱਥੇ ਹੈ, ਉਹ ਕਿੱਥੇ ਪ੍ਰਗਟ ਹੁੰਦਾ ਹੈ, ਕਿੱਥੇ ਉਹ ਭੋਗ ਲਾਉਂਦਾ ਹੈ। ਤੇ ਤੁਸੀਂ ਇਸ ਬਾਬਤ ਕੀ ਕਹਿਣਾ ਚਾਹੁੰਦੇ ਹੋ? ਤੇ ਉਹਨਾਂ ਦੀ ਪਾਕ ਬਾਣੀ ਦੇ ਬੋਲ ਨੇ, ਸੋਇਨ ਕਟੋਰੀ ਅੰਮ੍ਰਿਤ ਭਰੀ, ਸੋਇਨ ਕਟੋਰੀ ਅੰਮ੍ਰਿਤ ਭਰੀ, ਲੈ ਨਾਮੇ ਹਰ ਆਗੈ ਕਰੀ। ਅੰਮ੍ਰਿਤ ਰੂਪੀ ਦੁੱਧ ਦੀ ਭਰੀ ਹੋਰੀ ਸੋਨੇ ਦੀ ਕਟੋਰੀ ਨਾਮਦੇਵ ਜੀ ਨੇ ਅੱਗੇ ਕੀਤੀ ਹੈ। ਇੰਗਲਿਸ਼ ਦੇ ਟੀਕਾਕਾਰ ਵੀ ਕਹਿੰਦੇ ਨੇ, ਟੇਕਿੰਗ ਦਾ ਗੋਲਡਨ ਕੱਪ that was filled with milk। ਵਿਦਵਾਨ ਪੁਰਸ਼ਾਂ ਦੇ ਇਹ ਬੋਲ ਨੇ। ਕਹਿੰਦੇ ਉਹ ਸੋਨੇ ਦੀ ਕੌਲੀ ਦੁੱਧ ਨਾਲ ਭਰੀ ਹੋਈ ਨਾਮਦੇਵ ਨੇ ਅੱਗੇ ਕੀਤੀ ਹੈ। that was filled with ambrosial milk। ਇਹਨੂੰ ਦੁੱਧ ਨੂੰ ਅੰਮ੍ਰਿਤ ਵੀ ਕਹਿ ਦਿੰਦੇ ਨੇ। ਜਦੋਂ ਅੱਗੇ ਕੀਤੀ ਨਾ, ਲੈ ਨਾਮੇ ਹਰ ਆਗੈ ਧਰੀ, ਏਕ ਭਗਤ ਮੇਰੇ ਹਿਰਦੈ ਵਸੈ, ਨਾਮੇ ਦੇਖ ਨਾਰਾਇਣ ਹਸੈ। ਨਾਰਾਇਣ ਪ੍ਰਭੂ ਪ੍ਰਗਟ ਹੋ ਕੇ ਨਾ ਨਾਮਦੇਵ ਜੀ ਦੀ ਭਾਵਨਾ ਤੇ ਮੁਸਕਰਾਏ ਨੇ। ਮੁਸਕਰਾਏ ਇਸ ਲਈ ਨੇ ਵੀ ਇਹ ਜਿੰਨੇ ਵੀ ਪੁਜਾਰੀ ਨੇ, ਬ੍ਰਾਹਮਣ ਨੇ, ਇਹਦੇ ਵਿਖਾਵੇ ਲਈ ਮੂਰਤੀ ਦੇ ਮੂੰਹ ਨੂੰ ਲਾਉਂਦੇ ਨੇ ਤੇ ਛਕਣਾ ਤਾਂ ਸਭ ਕੁਝ ਇਹਨਾਂ ਆਪ ਹੁੰਦਾ ਹੈ। ਭਾਵਨਾ ਕੋਈ ਅੰਦਰ ਹੁੰਦੀ ਨਹੀਂ ਹੈ। ਇਹ ਤੇ ਕਾਲੇ ਹੁੰਦੇ ਨੇ ਵੀ ਕਦੋਂ ਪੱਥਰ ਨੂੰ ਛੁਹਾਈਏ ਤੇ ਛਕ ਜਾਈਏ ਸਭ ਕੁਝ। ਤੇ ਕਹਿੰਦੇ ਭਗਤ ਦੀ ਭਾਵਨਾ ਵੇਖੋ, ਇਹ ਭੁੱਖਾ ਮਰਨ ਦੇ ਲਈ ਤਿਆਰ ਹੈ ਵੀ ਜੇ ਮੈਂ ਭੋਜਨ ਪ੍ਰਗਟ ਹੋ ਕੇ ਨਾ ਛਕਾਂ। ਤੇ ਦੁੱਧ ਛਕਿਆ, ਦੂਧ ਪਿਆਏ ਭਗਤ ਕਰ ਗਿਆ। ਆਪਣੇ ਬਾਰੇ ਲਿਖਦੇ ਨੇ, ਦੂਧ ਪਿਆਏ ਭਗਤ ਕਰ ਗਿਆ, ਨਾਮੇ ਹਰ ਕਾ ਦਰਸ਼ਨ ਭਇਆ। ਕਹਿੰਦੇ ਮੈਂ ਦੁੱਧ ਪਿਆ ਕੇ ਘਰ ਗਿਆ, ਮੈਨੂੰ ਭਗਵਾਨ ਨੇ ਦਰਸ਼ਨ ਦਿੱਤੇ। ਗੁਰਬਾਣੀ ਨੇ ਇੱਕ ਗੱਲ ਕਹੀ ਹੈ ਵੀ ਦੁਨੀਆ ਸਾਰੀ ਪ੍ਰਮਾਤਮਾ ਦੇ ਵੱਸ ਹੈ, ਹੁਕਮ ਤੋਂ ਬਾਹਰ ਨਹੀਂ। ਤੇ ਪ੍ਰਮਾਤਮਾ ਏਡਾ ਅਜ਼ਮਤੀ ਹੈ, ਕਰਾਮਾਤੀ ਹੈ, ਕਲਾ ਨਾਲ ਭਰਪੂਰ ਹੈ। ਉਹ ਸਾਰੀ ਦੁਨੀਆ ਨੂੰ ਵਸ ਕਰਕੇ ਰੱਖਦਾ ਹੈ, ਹੁਕਮ ਵਿੱਚ ਚਲਾਉਂਦਾ ਹੈ, ਤਾਕਤ ਤੇ ਨਹੀਂ ਹੈ। ਆਪ ਕਿਸੇ ਦੇ ਵਸ ਨਹੀਂ ਆਉਂਦਾ। ਅਗਰ ਵਸ ਆਇਆ ਹੈ ਤੇ ਭਗਤਾਂ ਦੇ ਪ੍ਰੇਮ ਵਸ ਆਇਆ ਹੈ। ਮਹਾਰਾਜ ਕਹਿੰਦੇ ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ। ਹੁਣ ਜੇ ਤੁਸੀਂ ਆਖੋ ਵੀ ਇਹ ਕਿਵੇਂ ਹੋ ਸਕਦਾ, ਭਗਤ ਦੇ ਆਖੇ ਪ੍ਰਮਾਤਮਾ ਪ੍ਰਗਟ ਹੋਇਆ ਤੇ ਦੁੱਧ ਛਕ ਲਿਆ, ਇਹਦੇ ਕੀ ਅਰਥ ਕਰੋਗੇ? ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਤੂੰ ਜਦੋਂ ਵਸ ਹੈ ਭਗਤਾਂ ਦੇ ਤੇ ਜੋ ਚਾਹੇ ਕਰਮ ਕਰਵਾ ਲੈਣ ਤੇਰੇ ਕੋਲੋਂ। ਜਿਹੜਾ ਵਸ ਹੋਵੇ ਉਹਨੂੰ ਜੋ ਆਖੋ ਉਹ ਕਰਦਾ ਹੈ। ਸੋ ਪ੍ਰਮਾਤਮਾ ਪ੍ਰਗਟ ਹੋ ਕੇ ਦੁੱਧ ਪੀਂਦਾ ਹੈ। ਦਰਸ਼ਨ ਹੋਏ ਨੇ। ਮਾਂ ਉਡੀਕ ਰਹੀ ਸੀ ਵੀ ਪੁੱਤਰ ਆਇਆ ਹੀ ਨਹੀਂ ਅਜੇ। ਇਹਦੇ ਪਿਤਾ ਤੇ ਜਲਦੀ ਭੋਗ ਲਵਾ ਕੇ ਆ ਜਾਂਦੇ ਸਨ। ਉਹਨੇ ਚਿਰ ਨੂੰ ਭਗਤ ਜੀ ਆ ਗਏ, ਬੜੀ ਖੁਸ਼ੀ ਵਿੱਚ, ਬੜੇ ਖੇੜੇ ਵਿੱਚ। ਮਾਂ ਨੂੰ ਕਹਿੰਦੇ, ਮਾਂ ਅੱਜ ਮੈਂ ਭਗਵਾਨ ਦੇ ਸਾਹਮਣੇ ਬੈਠ ਕੇ ਉਸ ਨੂੰ ਦੁੱਧ ਪਿਆ ਕੇ ਆਇਆ। ਤੇ ਮਾਂ ਨੇ ਸਮਝਿਆ ਵੀ ਇਹ ਠੇਡਾ ਠੂਡਾ ਲੱਗ ਕੇ ਦੁੱਧ ਕਿਤੇ ਇਹਦਾ ਡੁੱਲ ਗਿਆ ਏ ਤੇ ਹੁਣ ਝਿੜਕਾਂ ਤੋਂ ਬਚਣ ਲਈ ਇਹ ਝੂਠੀ ਕਹਾਣੀ ਘੜੀ ਹੈ। ਕਦੇ ਮੂਰਤਾਂ ਵੀ ਦੁੱਧ ਪੀਂਦੀਆਂ ਨੇ। ਮਾਂ ਨੇ ਝਿੜਕਾਂ ਦਿੱਤੀਆਂ ਵੀ ਤੂੰ ਝੂਠ ਮਾਰਦਾ ਹੈ। ਅੱਜ ਝਿੜਕਾਂ ਦਾ ਕੋਈ ਅਸਰ ਨਹੀਂ ਸੀ। ਅੱਜ ਪ੍ਰਮਾਤਮਾ ਦੇ ਦਿਦਾਰੇ ਹੋਏ ਸਨ। ਉਹਦੇ ਦਰਸ਼ਨਾਂ ਦਾ ਰਸ ਐਸਾ ਹੈ, ਫਿਰ ਸਾਂਵਲੇ ਮਿੱਠੇ ਕੌੜੇ ਸਲੂਣੇ ਸਾਰੇ ਰਸ ਮਿੱਟੀ ਹੋ ਜਾਂਦੇ ਨੇ।
ਆਪਣੇ ਆਨੰਦ ਵਿੱਚ ਨੇ। ਗੁਰੂ ਗ੍ਰੰਥ ਸਾਹਿਬ ਦਾ ਫਰਮਾਨ ਹੈ, ਜਾਂ ਕਉ ਰਸ ਹਰ ਰਸ ਹੈ ਆਇਓ। ਜਿਹਨੂੰ ਪਰਮਾਤਮਾ ਦੇ ਨਾਮ ਦਾ ਰਸ ਆ ਗਿਆ, ਸੋ ਅਨ ਰਸ ਨਾਹੀਂ ਲਪਟਾਇਓ। ਨਿਰੰਕਾਰ ਦਾ ਰਸ ਆ ਗਿਆ, ਫਿਰ ਸੰਸਾਰ ਦੇ ਰਸ ਵਿੱਚ ਨਹੀਂ ਪੈਂਦਾ। ਆਨੰਦ ਵਿੱਚ ਨੇ, ਝਿੜਕਾਂ ਖਾ ਰਹੇ ਸਨ। ਖੈਰ ਐਸੇ ਕੌਤਕ ਪਰਮਾਤਮਾ ਭਗਤਾਂ ਦੇ ਵਰਤਾਉਂਦਾ ਹੈ। ਥੋੜੇ ਜਿਹੇ ਵੱਡੇ ਹੋਏ, ਦਾਮਸ਼ੇੜ ਜੀ ਨੇ ਸੋਚਿਆ ਹੁਣ ਆਪਣੀ ਕਿਰਤ ਵਿੱਚ ਪਾਉਣਾ ਇਹਨਾਂ ਨੂੰ। ਕੱਪੜੇ ਰੰਗਿਆ ਕਰਨ, ਕਮਾਈ ਕਰਿਆ ਕਰਨ, ਮੁਸ਼ੱਕਤ ਘਾਲਿਆ ਕਰਨ, ਸੌਖਾ ਗੁਜ਼ਾਰਾ ਚੱਲੇਗਾ। ਅੱਛਾ, ਕੱਪੜੇ ਰੰਗਦੇ ਰੰਗਦੇ, ਫੁੱਲ ਬੂਟੀਆਂ ਪਾਉਂਦੇ ਪਾਉਂਦੇ ਵੀ ਰੱਬ ਦੇ ਗੀਤ ਹੀ ਗਾਉਂਦੇ ਨੇ। ਯਾਰ ਸੀ ਨਾ ਭਗਤ ਤ੍ਰਿਲੋਚਨ, ਤੇ ਇੱਕ ਦਿਨ ਉਹਨਾਂ ਕਹਿ ਹੀ ਦਿੱਤਾ, ਨਾਮਾ ਮਾਇਆ ਮੋਹਿਆ ਕਹੈ ਤ੍ਰਿਲੋਚਨ ਮੀਤ, ਕਾਹੇ ਸ਼ੀਪੋ ਛਾਇਲ ਰਾਮ ਨਾ ਲਾਵੋ ਚੀਤ। ਕਹਿੰਦੇ ਭਗਤ ਨਾਮਦੇਵ ਜੀ, ਸਾਨੂੰ ਕਹਿੰਦੇ ਹੋ ਨਾਮ ਜਪੋ ਤੇ ਆਪ ਸ਼ੀਪਿਆਂ ਵਾਲਾ ਕਰਮ ਹੀ ਨਹੀਂ ਛੱਡਦੇ। ਤੁਸੀਂ ਕੱਪੜੇ ਰੰਗਦੇ ਹੋ, ਫੁੱਲ ਬੂਟੀਆਂ ਪਾਉਂਦੇ ਹੋ, ਮੈਂ ਤੇ ਤੁਹਾਨੂੰ ਨਾਮ ਜਪਦਿਆਂ ਵੇਖਿਆ ਨਹੀਂ। ਦੂਜਿਆਂ ਨੂੰ ਤੁਸੀਂ ਉਪਦੇਸ਼ ਕਰਦੇ ਹੋ, ਕਿਉਂ ਨਹੀਂ ਚਿੱਤ ਜੋੜਦੇ ਪਰਮਾਤਮਾ ਵਿੱਚ? ਤੇ ਨਾਮਦੇਵ ਜੀ ਨੇ ਬੜਾ ਸੁੰਦਰ ਜਵਾਬ ਦਿੱਤਾ ਸੀ, ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਹਿੰਦੇ ਮੈਂ ਇਹ ਕੱਪੜੇ ਹੱਥਾਂ ਨਾਲ ਰੰਗਦਾ ਹਾਂ, ਹੱਥ ਮੇਰੇ ਦੁਨਿਆਵੀ ਰੰਗ ਨਾਲ ਰੰਗੇ ਨੇ, ਤੇ ਮਨ ਮੇਰਾ ਪਰਮਾਤਮਾ ਦੇ ਨਾਮ ਵਿੱਚ ਰੰਗਿਆ ਹੋਇਆ ਹੈ। ਮੇਰੀ ਯਾਦ ਵਿੱਚ ਪਰਮਾਤਮਾ ਹੈ। ਇੱਥੋਂ ਸਾਨੂੰ ਕਿਰਤ ਕਰਨ ਦੀ ਇਹ ਸਿੱਖਿਆ ਮਿਲਦੀ ਹੈ ਵੀ ਮੁਸ਼ੱਕਤ ਘਾਲ ਕੇ ਕਿਰਤ ਕਰਨੀ ਹੈ, ਰਹਿਣ ਗੁਜ਼ਾਰਾ ਚੰਗਾ ਚੱਲਦਾ ਰਹੇ। ਪਰ ਜੇ ਤੁਹਾਡੀ ਕਿਰਤ ਵਿੱਚ ਨਾਮ ਹੈ, ਨਾਮ ਜਪਦਿਆਂ ਕਿਰਤ ਕਰੋਗੇ ਤੇ ਤੁਹਾਡਾ ਜੀਵਨ ਸਫਲਾ ਹੈ। ਕੱਲੀ ਕਿਰਤ ਨਾਲ ਜੀਵਨ ਸਫਲਾ ਨਹੀਂ ਹੁੰਦਾ। ਕਿਰਤੀ ਤੇ ਦੁਨੀਆ ਵਿੱਚ ਬੜੇ ਲੋਕ ਨੇ, ਕਈ ਕਹਿੰਦੇ ਕਿਰਤੀ ਨਾਮ ਭਜਨ ਹੈ। ਆਖੇ ਜੇ ਕਿਰਤੀ ਨਾਮ ਭਜਨ ਹੁੰਦਾ ਤੇ ਬਾਬਾ ਨਾਮਦੇਵ ਇਹ ਗੱਲ ਨਾ ਕਹਿੰਦਾ, ਬਾਬਾ ਤ੍ਰਿਲੋਚਨ ਇਹ ਗੱਲ ਨਾ ਕਹਿੰਦਾ। ਉਹ ਕਹਿ ਰਿਹਾ ਹੈ ਤੂੰ ਕਿਰਤ ਵਿੱਚ ਹੀ ਲੱਗਿਆ ਰਹਿਣਾ, ਨਾਮ ਨਹੀਂ ਜਪਦਾ, ਤੇਰਾ ਜੀਵਨ ਵਿਅਰਥ ਜਾਵੇਗਾ। ਬਾਬਾ ਨਾਮਦੇਵ ਜਵਾਬ ਦੇ ਰਿਹਾ ਵੀ ਇਹ ਹੱਥ ਕਿਰਤ ਵਿੱਚ ਲੱਗੇ ਨੇ, ਜੀਵਨ ਸਫਲਾ ਕਰਨ ਲਈ ਮੈਂ ਮਨ ਜੋੜਿਆ ਹੋਇਆ ਹੈ ਪਰਮਾਤਮਾ ਦੇ ਨਾਲ, ਅੰਦਰ ਸਿਮਰਨ ਚੱਲ ਰਿਹਾ ਹੈ। ਹੁਣ ਦੇਖੋ, ਇੱਕ ਮਾਂ ਨੂੰ ਤੁਸੀਂ ਪੁੱਛੋ ਵੀ ਆਪਣੇ ਕਾਕੇ ਦੀ ਯਾਦ ਆਉਂਦੀ ਹੈ, ਤੇ ਮਾਂ ਦਾ ਜਵਾਬ ਹੋਵੇਗਾ ਵੀ ਉਹ ਕਿਤੇ ਗਿਆ ਨਹੀਂ ਹੈ, ਉਹ ਦਿਲ ਵਿੱਚ ਵਸਦਾ ਹੈ। ਮਾਂ ਦਾ ਅੰਦਰਾਂ ਦਾ ਮੋਹ ਹੁੰਦਾ ਬੱਚਿਆਂ ਨਾਲ, ਇੱਦਾਂ ਭਗਤਾਂ ਦਾ ਪਰਮਾਤਮਾ ਨਾਲ ਅੰਦਰਾਂ ਦਾ ਮੋਹ ਹੁੰਦਾ ਹੈ। ਆਪਣੇ ਚੇਤੇ ਵਿੱਚ ਸੰਸਾਰ ਹੈ, ਭਗਤਾਂ ਦੇ ਚੇਤੇ ਵਿੱਚ ਨਿਰੰਕਾਰ ਹੁੰਦਾ ਹੈ। ਸੋ ਇਹ ਸਾਡਾ ਸਿਧਾਂਤ ਹੈ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਫਿਰ ਕਿਰਤ ਸਫਲੀ ਹੈ, ਫਿਰ ਉਹ ਧਰਮ ਦੀ ਕਿਰਤ ਅਖਵਾਉਂਦੀ ਹੈ ਜਿਹੜੀ ਕਰਦਿਆਂ ਕਰਦਿਆਂ ਤੁਸੀਂ ਨਾਮ ਜਪਦੇ ਹੋ। ਦੀਨ ਦੁਨੀਆ ਦੇ ਮਾਲਕ ਉਸ ਅਕਾਲ ਪੁਰਖ ਦੇ ਭਗਤ ਨਾਮਦੇਵ ਜੀ ਕਿਰਤੀ ਸਨ, ਨਾਮ ਜਪਦੇ ਸਨ। ਹੁਣ ਜਵਾਨੀ ਚੜ੍ਹ ਗਈ ਹੈ, ਮਾਤਾ ਪਿਤਾ ਨੇ ਸੋਚਿਆ ਇਹਨਾਂ ਦਾ ਵਿਆਹ ਕਰ ਦਈਏ। ਉਦੋਂ ਛੋਟੀ ਉਮਰੇ ਵਿਆਹ ਕਰ ਦਿੱਤੇ ਜਾਂਦੇ ਸੀ। ਉਹਦਾ ਇੱਕ ਕਾਰਨ ਸੀ, ਭਾਰਤ ਦੀ ਜਿਹੜੀ ਰਾਜਸੀ ਹਾਲਤ ਸੀ ਨਾ, ਇਹ ਬੜੀ ਕਮਜ਼ੋਰ ਸੀ। ਕੋਈ ਮੁੱਖ ਕੇਂਦਰੀ ਸ਼ਾਸਕ ਰਾਜਾ ਹੈ ਨਹੀਂ ਸੀ। ਪਠਾਨ ਮੁਗਲ ਹਮਲਾਵਰ ਆਉਂਦੇ ਸੀ, ਭਾਰਤ ਨੂੰ ਲੁੱਟ ਕੇ ਲੈ ਜਾਂਦੇ ਸਨ, ਭਾਰਤ ਨੂੰ ਗੁਲਾਮ ਬਣਾ ਕੇ ਰੱਖਦੇ ਸਨ। ਸਾਜੋ ਸਮਾਨ ਦੇ ਮਾਲ ਧਨ ਦੇ ਨਾਲ ਨਾਲ ਭਾਰਤ ਵਰਸ਼ ਦੇ ਅੰਦਰ ਬਹੂ ਬੇਟੀਆਂ ਦੀ ਪੱਤ ਵੀ ਇਹ ਲੁੱਟਦੇ ਸਨ ਤੇ ਨਾਲ ਲੈ ਜਾਂਦੇ ਸਨ। ਉਹ ਲੋਕਾਂ ਨੇ ਫਿਰ ਇਉਂ ਕਰਨਾ ਵੀ ਛੋਟੀ ਉਮਰੇ 7-8 ਸਾਲ 9-10 ਸਾਲ ਦੀ ਉਮਰ ਵਿੱਚ ਹੀ ਲੜਕੀਆਂ ਨੂੰ ਵਿਆਹ ਦੇਣਾ, ਵੀ ਵਿਆਹੀਆਂ ਵਰੀਆਂ ਨੂੰ ਇਹ ਜਿਹੜੇ ਜ਼ੁਲਮੋ ਸਤਮ ਢਾਉਣ ਵਾਲੇ ਨੇ ਇਹ ਸ਼ਾਇਦ ਘੱਟ ਹੱਥ ਪਾਉਣਗੇ, ਕੁਆਰੀਆਂ ਲੜਕੀਆਂ ਨੂੰ ਜ਼ਿਆਦਾ ਉਠਾ ਕੇ ਖੜਦੇ ਸਨ। ਇਹ ਇੱਕ ਵੱਡਾ ਕਾਰਨ ਸੀ ਛੋਟੀ ਉਮਰੇ ਵਿਆਹ ਦਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਫਰਮਾਨ ਹੈ, ਭਗਤ ਜਨਾ ਕੋ ਸਰਦਾ
ਆਪ ਹਰ ਲਾਈ। ਕਈ ਕਹਿ ਦਿੰਦੇ ਜੀ ਅਸੀਂ ਗ੍ਰਸਤੀ ਹਾਂ, ਬੱਚੇ ਪਾਲਣੇ ਨੇ, ਨਾਮ ਕਦੋਂ ਜਪੀਏ। ਤੇ ਮਹਾਰਾਜ ਕਹਿੰਦੇ ਕਦੇ ਛੱਪੜ ਵਿੱਚ ਉੱਗੇ ਕਮਲ ਫੁੱਲ ਵੱਲ ਵੇਖ, ਪੈਦਾ ਛੱਪੜ 'ਚ ਹੀ ਹੋਇਆ ਹੈ ਤੇ ਪੰਖੜੀਆਂ ਉਪਰਾਮ ਨੇ, ਉਹ ਡੁੱਬਦਾ ਨਹੀਂ ਹੈ। ਤੂੰ ਗ੍ਰਸਤ ਵਿੱਚ ਰਹਿ ਪਰ ਮੋਹ ਮਾਇਆ ਤੋਂ ਉਪਰਾਮ ਰਹਿ। ਮਹਾਰਾਜ ਕਹਿੰਦੇ ਨੇ ਵਿੱਚੇ ਗ੍ਰਸਤ ਉਦਾਸ ਰਹਾਈ, ਭਗਤ ਜਨਾ ਕੋ ਸਰਦਾ ਆਪ ਹਰ ਲਾਈ। ਪਰਮਾਤਮਾ ਆਪ ਆਪਣੇ ਭਗਤਾਂ ਤੋਂ ਗ੍ਰਸਤ ਵਿੱਚ ਉਹਨਾਂ ਨੂੰ ਰੱਖ ਕੇ ਹੀ ਸਿਮਰਨ ਭਜਨ ਕਰਵਾ ਲੈਂਦਾ ਹੈ, ਸੇਵਾ ਕਰਵਾ ਲੈਂਦਾ ਹੈ। ਵਿੱਚ ਗਿਰਹਿ ਉਦਾਸ ਅਲਿਪਤ ਲਿਵ ਲਾਇਆ। ਗ੍ਰਸਤ ਵਿੱਚ ਰਹਿੰਦੇ ਹੀ ਪਰਮਾਤਮਾ ਵਿੱਚ ਲਿਵ ਲਾ ਲੈਂਦੇ ਨੇ ਭਗਤ। ਉਹਨਾਂ ਸੋਗ ਵਿਯੋਗ ਨਾ ਵਿਆਪਈ, ਹਰ ਭਾਣਾ ਪਾਇਆ। ਭਗਤ ਘਰ ਵਿੱਚ ਰਹਿੰਦੇ ਹੀ ਬੰਦਗੀ ਕਰ ਲੈਂਦੇ ਨੇ। ਨਾਨਕ ਹਰ ਛੇਤੀ ਸਦਾ ਰਵ ਰਹੇ, ਧੁਰ ਲਏ ਮਿਲਾਇਆ। ਤੇ ਜਿਹੜੇ ਘਰ ਵਿੱਚ ਗ੍ਰਸਤ ਵਿੱਚ ਰਹਿੰਦੇ ਰੱਬ ਦੇ ਗੀਤ ਗਾ ਲੈਂਦੇ ਨੇ, ਉਹਨਾਂ ਨੂੰ ਪਰਮਾਤਮਾ ਆਪਣੇ ਵਿੱਚ ਅਭੇਦ ਕਰ ਲੈਂਦਾ ਹੈ, ਉਹਨਾਂ ਦਾ ਨਾਮ ਅਮਰ ਹੋ ਜਾਂਦਾ ਹੈ। ਇੱਕ ਬੇਟੀ ਹੈ ਲਿੰਗਾ ਬਾਈ, 4 ਲਖਤੇ ਜਿਗਰ ਨੇ। ਵੱਡਾ ਨਾਰਾਇਣ ਦਾਸ ਹੈ, ਇੱਕ ਗੋਬਿੰਦ ਦਾਸ ਹੈ, ਇੱਕ ਬੀਠਲ ਦਾਸ ਹੈ, ਇੱਕ ਮਹਾਦੇਵ ਹੈ। ਇਹ ਉਹਨਾਂ ਦੀ ਔਲਾਦ ਸੀ। ਹੁਣ ਇੱਕ ਕੌਤਕ ਉਹਨਾਂ ਦੇ ਜੀਵਨ ਵਿੱਚ ਬੜਾ ਮਸ਼ਹੂਰ ਹੈ। ਇਹ ਪਹਿਲੇ ਕੌਤਕ ਮੈਂ ਦੱਸ ਰਿਹਾ ਜਦੋਂ ਮੂਰਤੀ ਪੂਜਕ ਸਨ, ਜਦੋਂ ਕਿਤੇ ਕਿਤੇ ਪਰਮਾਤਮਾ ਦੀ ਝਲਕ ਪੈਂਦੀ ਸੀ। ਜੇ ਸਦੀਵੀ ਦਿਦਾਰੇ ਕਰਨੇ ਨੇ ਨਾ ਪ੍ਰਭੂ ਦੇ, ਫਿਰ ਗੁਰੂ ਧਾਰਨਾ ਪੈਂਦਾ ਹੈ, ਫਿਰ ਮੂਰਤੀ ਤੋਂ ਉੱਠ ਕੇ ਨਿਰਗੁਣ ਨਾਲ, ਅਕਾਲ ਪੁਰਖ ਨਾਲ ਜੁੜਨਾ ਪੈਂਦਾ ਹੈ। ਨਾਮਦੇਵ ਜੀ ਉੱਥੇ ਪਹੁੰਚੇ ਨੇ। ਹੁਣ ਇੱਕ ਸਮਾਂ ਸੀ, ਜਾਤ ਦੇ ਅਹੰਕਾਰੀ ਲੋਕ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਅਖਵਾਉਂਦੇ ਸਨ। ਉਹਨਾਂ ਦੀ ਸੋਚ ਸੀ ਵੀ ਇਸ ਬ੍ਰਹਿਮੰਡ ਅੰਦਰ ਪਰਮਾਤਮਾ ਸਭ ਤੋਂ ਉੱਚਾ ਸੁੱਚਾ ਹੈ ਤੇ ਸਾਡੀ ਜਾਤ ਉਸਨੇ ਉੱਚੀ ਬਣਾਈ ਹੈ, ਤੇ ਉਸ ਉੱਚੇ ਦੇ ਗੁਣ ਵੀ ਉੱਚੇ ਹੀ ਗਾ ਸਕਦੇ ਨੇ, ਉੱਚੇ ਦੇ ਦਰ ਤੇ ਸੇਵਾ ਵੀ ਉੱਚੇ ਹੀ ਕਰ ਸਕਦੇ ਨੇ, ਉੱਚਿਆਂ ਦੀ ਪੂਜਾ ਅਰਚਨਾ ਵੀ ਉੱਚੇ ਹੀ ਕਰ ਸਕਦੇ ਨੇ। ਸ਼ੂਦਰ ਵੈਸ਼ ਮੰਦਰ ਵਿੱਚ ਭਜਨ ਸੇਵਾ ਸਿਮਰਨ ਨਹੀਂ ਕਰ ਸਕਦੇ। ਇਹਨਾਂ ਦੇ ਅਨੁਸਾਰ ਮਨੁੱਖਤਾ ਵਿੱਚ ਇਹਨਾਂ ਦਾ ਵਰਨ ਸਭ ਤੋਂ ਉੱਚਾ ਸੀ। ਆਪਣੇ ਆਪ ਨੂੰ ਬ੍ਰਹਮ ਦੀ ਅੰਸ਼, ਰੱਬ ਦੀ ਅੰਸ਼, ਬ੍ਰਾਹਮਣ ਅਖਵਾਉਂਦੇ ਸਨ। ਭੋਲੀ ਭਾਲੀ ਲੋਕਾਈ ਨੂੰ ਗੁੰਮਰਾਹ ਕਰਦੇ ਸਨ, ਠੱਗਦੇ ਸਨ। ਤੇ ਭਗਤ ਨਾਮਦੇਵ ਜੀ ਇਸ ਊਚ ਨੀਚ ਦੀ ਪ੍ਰਥਾ ਨੂੰ ਖਤਮ ਕਰਨ ਲਈ ਬੜੇ ਸੁਚੱਜੇ ਢੰਗ ਦੇ ਨਾਲ ਪ੍ਰਚਾਰ ਕਰ ਰਹੇ ਸਨ। ਬ੍ਰਾਹਮਣ ਇਹਨਾਂ ਨਾਲ ਲਾਗ ਡਾਟ ਰੱਖਦਾ ਸੀ ਵੀ ਇਹਦੇ ਜਿਹੜੇ ਬੋਲ ਹੈ, ਬਾਣੀ ਹੈ, ਉਹ ਸਾਡੇ ਸਿਧਾਂਤ ਨੂੰ ਕੱਟਦੀ ਹੈ। ਸੋ ਬ੍ਰਾਹਮਣਾ ਇੱਕ ਵਿਉਂਤ ਬਣਾ ਲਈ ਵੀ ਨਾਮਦੇਵ ਜੀ ਨੂੰ ਕਿਸੇ ਵੀ ਮੰਦਰ ਵਿੱਚ ਨਹੀਂ ਵੜਨ ਦੇਣਾ। ਇਹ ਜਦੋਂ ਲਾਗੂ ਕਰ ਦਿੱਤਾ ਗਿਆ ਵੀ ਮੰਦਰ 'ਚ ਪ੍ਰਵੇਸ਼ ਨਹੀਂ ਹੋਣ ਦੇਣਾ। ਇੱਕ ਦਿਨ ਭਗਤ ਨਾਮਦੇਵ ਜੀ, ਔਡਾ ਨਾਗਨਾਥ ਮੰਦਰ ਹੈ ਨਾ ਜਿਹੜਾ ਮਹਾਰਾਸ਼ਟਰਾ ਦੇ ਵਿੱਚ, ਇਹ ਮਹਾਨ ਤੀਰਥ ਹੈ ਹਿੰਦੂ ਵੀਰਾਂ ਦਾ। ਪਾਂਡਵਾਂ ਨੇ ਇਹ ਮੰਦਰ ਸ਼ਿਵ ਜੀ ਦੀ ਯਾਦ ਵਿੱਚ ਇੱਕ ਪਹਾੜ ਨੂੰ ਤਰਾਸ਼ ਕੇ ਬਣਾਇਆ ਹੈ। ਇੰਨੀ ਮਿਹਨਤ। ਯੁਧਿਸ਼ਟਰ, ਭੀਮਸੈਨ, ਅਰਜਨ, ਪਾਂਡਵ, ਸਹਿਦੇਵ, ਨਕੁਲ ਵਰਗੇ ਇਹ 5 ਭਰਾਵਾਂ ਨੇ ਨਾ, ਬੜੀ ਮੁਸ਼ੱਕਤ ਘਾਲ ਕੇ ਇਹ ਮੰਦਰ ਪਹਾੜੀ ਨੂੰ ਤਰਾਸ਼ ਕੇ ਬਣਾਇਆ ਸੀ, ਜਿਵੇਂ ਕੋਈ ਪੱਥਰ ਨੂੰ ਤਰਾਸ਼ ਕੇ ਕਾਰੀਗਰ ਮੂਰਤੀ ਬਣਾਉਂਦਾ ਹੈ ਭਗਵਾਨ ਦੀ। ਇਹ ਵੱਡਾ ਤੀਰਥ ਹੈ। ਇੱਥੇ ਸ਼ਿਵਰਾਤਰੀ ਦਾ ਬੜਾ ਮੇਲਾ ਲੱਗਦਾ ਸੀ, ਬੜਾ ਖੂਬ ਇਕੱਠ ਹੁੰਦਾ ਸੀ। ਤੇ ਭਗਤ ਨਾਮਦੇਵ ਜੀ ਵੀ ਦਰਸ਼ਨ ਕਰਨ ਗਏ, ਮੰਦਰ ਦੇ ਅੰਦਰ ਲੰਘੇ ਤੇ ਕੰਬਲੀ ਵਿਛਾ ਕੇ ਨਾ ਉੱਤੇ ਬੈਠ ਕੇ ਚੌਂਕੜਾ ਮਾਰ ਕੇ ਤੇ ਪਰਮਾਤਮਾ ਦੀ ਯਾਦ ਵਿੱਚ ਆਪਣੇ ਬੀਠਲ ਭਗਵਾਨ ਨੂੰ ਯਾਦ ਕਰਦੇ ਭਜਨ ਕਰਨ ਲੱਗੇ। ਹੁਣ ਉੱਥੇ ਭਜਨ ਕਰ ਰਹੇ ਨੇ ਆਨੰਦ ਵਿੱਚ, ਬੱਧੋ ਰੁੱਦੀ ਦਾ ਨਹੀਂ, ਖੇੜੇ ਵਿੱਚ ਨੇ, ਰਸ ਲੈ ਰਹੇ ਨੇ। ਆਪਣੀ ਬਾਣੀ ਵਿੱਚ ਲਿਖਦੇ ਨੇ, ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ। ਕਹਿੰਦੇ ਮੈਂ ਭਗਤੀ ਕਰ ਰਿਹਾ ਸੀ,
ਜਾਤ ਅਭਿਮਾਨੀ ਪੰਡਤਾਂ ਨੇ ਮੈਨੂੰ ਭਗਤੀ ਕਰਦੇ ਹੋਏ ਨੂੰ ਬਾਹੋਂ ਫੜ ਕੇ ਉਠਾ ਦਿੱਤਾ। ਮਹਾਰਾਜ ਮੈਨੂੰ ਮੰਦੇ ਬੋਲ ਬੋਲੇ, ਮੈਨੂੰ ਭੱਦੇ ਬੋਲ ਬੋਲੇ, ਮੈਨੂੰ ਨੀਵੀਂ ਜਾਤ ਦਾ ਆਖਿਆ। ਵੈਰਾਗ ਵਿੱਚ ਨਾ ਅੰਦਰ ਹੀ ਅੰਦਰ ਇਹ ਵਲਵਲਾ ਚੱਲ ਪਿਆ। ਕਹਿੰਦੇ ਮੈਨੂੰ ਪਤਾ ਕੀ ਕਹਿੰਦੇ ਨੇ, ਹੀਨੜੀ ਜਾਤ ਇਹਦੀ ਨੀਵੀਂ ਜਾਤ ਹੈ। ਹੀਨੜੀ ਜਾਤ ਮੇਰੀ ਜਾਦਮ ਰਾਇਆ, ਸ਼ੀਪੇ ਕੇ ਜਨਮ ਕਾਹੇ ਕਉ ਆਇਆ। ਇਹ ਕਹਿੰਦੇ ਤੂੰ ਸ਼ੀਂਬਾ ਹੈ, ਤੇਰੀ ਜਾਤ ਨੀਵੀਂ ਹੈ। ਯਾਦਵ ਕੁਲ ਦੇ ਸ਼੍ਰੋਮਣੀ ਜਾਦਮ ਰਾਇਆ, ਯਾਦਵਾਂ ਦਾ ਰਾਜਾ ਕੌਣ ਹੋਇਆ? ਕ੍ਰਿਸ਼ਨ। ਹਜੇ ਮੂਰਤੀ ਪੂਜਕ ਨੇ, ਇਸ ਕਰਕੇ ਸ੍ਰੀ ਕ੍ਰਿਸ਼ਨ ਦੀ ਗੱਲ ਕਰ ਰਹੇ ਨੇ। ਮੇਰੀ ਜਾਤ ਨੀਵੀਂ ਹੈ, ਭੱਦਾ ਬੋਲੇ ਨੇ ਮੈਨੂੰ ਇਹ। ਮੈਂ ਕਿਉਂ ਇਸ ਜਨਮ ਵਿੱਚ ਆਇਆ ਹਾਂ? ਇਹ ਪੰਡਿਆ ਮੋਕੋ ਢੇੜ ਕਹਿਤ ਹੈ, ਤੇਰੀ ਪੈਜ ਪਿਛੌਂਡੀ ਹੋਏਗਾ। ਇਹ ਢੇੜ ਕਹਿੰਦੇ ਨੇ ਮੈਨੂੰ, ਨੀਵਾਂ ਕਹਿੰਦੇ ਨੇ। ਤੇ ਤੇਰਾ ਇੱਕ ਬਿਰਦ, ਤੇਰਾ ਇੱਕ ਸੁਭਾਅ ਹੈ ਵੀ ਤੂੰ ਭਗਤਾਂ ਦੀ ਰੱਖਦਾ ਹੈ, ਰੱਖਿਆ ਕਰਦਾ ਹੈ ਤੇ ਪਾਪੀਆਂ ਨੂੰ ਦੰਡ ਦਿੰਦਾ ਹੈ। ਜੇ ਅੱਜ ਇਹਨਾਂ ਨੂੰ ਚੋਟ ਨਾ ਲੱਗੀ, ਇਹ ਚੋਟ ਅੰਦਰਲੇ ਤਲ ਤੇ ਹੈ। ਜੇ ਇਹਨਾਂ ਨੂੰ ਅੱਜ ਤੂੰ ਸੋਝੀ ਨਾ ਦਿੱਤੀ, ਇਹਨਾਂ ਨੂੰ ਅੱਜ ਤੂੰ ਆਪਣੇ ਪਿਆਰਿਆਂ ਦੀ ਬੁਲੰਦ ਹਸਤੀ ਬਾਬਤ ਨਾ ਦਰਸਾਇਆ, ਤੇ ਤੇਰਾ ਜਿਹੜਾ ਮੁੱਢ ਕਦੀਮੀ ਸੁਭਾਅ ਹੈ ਨਾ, ਵੀ ਤੂੰ ਪਿਆਰਿਆਂ ਨੂੰ ਅੱਗੇ ਰੱਖ ਕੇ ਚੱਲਦਾ ਹੈ, ਹੋਰ ਸਭ ਪਿੱਛੇ, ਉਹ ਟੁੱਟ ਜਾਣਾ ਹੈ। ਐਸੇ ਉਹਨਾਂ ਬਚਨ ਕਹੇ, ਐਸੀਆਂ ਉਹਨਾਂ ਨੇ ਬੇਨਤੀਆਂ ਕੀਤੀਆਂ ਵੀ ਤੇਰੀ ਆਪਣੀ ਇੱਜ਼ਤ ਅੱਜ ਘਟ ਜਾਣੀ ਹੈ। ਤੇ ਨਾਲੇ ਪ੍ਰਮਾਤਮਾ ਮੈਨੂੰ ਇਹ ਦੱਸ ਵੀ ਤੇਰੇ ਗੀਤ ਗਾਉਣ ਵਾਲਾ ਤੇ ਉੱਚਾ ਹੁੰਦਾ ਹੈ, ਉਹਦੀ ਜਾਤ ਭਲਾ ਨੀਵੀਂ ਹੋ ਸਕਦੀ ਹੈ? ਉਹ ਤੇ ਉੱਚਾ ਉੱਠ ਜਾਂਦਾ ਹੈ, ਚਾਹੇ ਕਿਸੇ ਵੀ ਵਰਣ ਚੋਂ ਹੋਵੇ। ਬੜੇ ਸੁੰਦਰ ਬੋਲ ਨੇ ਉਹਨਾਂ ਦੇ, ਤੂੰ ਜੋ ਦਇਆਲ ਕਿਰਪਾਲ ਕਹੀਅਤ ਹੈ, ਅਤ ਪੁਜ ਭਇਓ ਅਪਾਰਲਾ। ਤੂੰ ਦਿਆਲੂ ਹੈ, ਤੂੰ ਕਿਰਪਾਲੂ ਹੈ, ਬੜੀਆਂ ਭੁਜਾਵਾਂ ਵਾਲਾ ਹੈ, ਤੇ ਮੇਰੇ ਤੇ ਕਿਰਪਾ ਕਰ। ਮੈਨੂੰ ਨੀਵਾਂ ਕਹਿੰਦੇ ਨੇ, ਪਰ ਤੇਰੇ ਗੁਣ ਗਾਉਣ ਵਾਲਾ ਤੇ ਬੜਾ ਉੱਚਾ ਹੈ। ਇਹਨਾਂ ਦੀ ਅੱਜ ਸੋਝੀ ਵਿੱਚ ਇਹ ਬਿਠਾ ਦੇ ਵੀ ਤੂੰ ਆਪਣੇ ਭਗਤਾਂ ਨਾਲ ਕੈਸਾ ਪ੍ਰੇਮ ਕਰਦਾ ਹੈ। ਖੈਰ ਮਾਨੀ ਮਨ ਐਸੀਆਂ ਵੈਰਾਗ ਦੀਆਂ ਗੱਲਾਂ ਚੱਲੀਆਂ। ਕਹਿੰਦੇ ਜਦੋਂ ਮੈਨੂੰ ਧੱਕੇ ਮਾਰੇ ਨਾ, ਲੈ ਕਮਲੀ ਚੱਲਿਓ ਪਲਟਾਏ, ਦੇਹੁਰੇ ਪਾਸ਼ੇ ਬੈਠਾ ਜਾਏ। ਕਹਿੰਦੇ ਮੈਨੂੰ ਧੱਕੇ ਮਾਰ ਕੇ ਮੰਦਰ ਚੋਂ ਉਠਾਇਆ, ਮੈਂ ਆਪਣੀ ਕੰਬਲੀ ਚੁੱਕੀ ਤੇ ਆਖਿਆ ਵੀ ਚਲੋ ਭਾਈ, ਜੇ ਮੈਂ ਨੀਵੀਂ ਜਾਤ ਦਾ ਤੇ ਮੈਂ ਮੰਦਰ ਦੇ ਪਿਛਲੇ ਬੰਨੇ ਜਾ ਕੇ ਬਹਿ ਜਾਣਾ। ਮੈਂ ਉੱਥੇ ਚੌਂਕੜਾ ਲਾ ਕੇ ਕਹਿੰਦੇ ਭਜਨ ਕਰਨ ਲੱਗ ਪਿਆ, ਨਾਲ ਪ੍ਰਮਾਤਮਾ ਨੂੰ ਬੇਨਤੀਆਂ ਕਰਨ ਲੱਗੇ। ਪੰਡਤ ਲੋਕਾਂ ਨੇ ਸ਼ੂਦਰ ਕਿਹਾ, ਬੁਰਾ ਭਲਾ ਕਿਹਾ, ਤੂੰ ਮੰਦਰ ਆ ਨਹੀਂ ਸਕਦਾ, ਰੱਬ ਦੇ ਗੀਤ ਗਾ ਨਹੀਂ ਸਕਦਾ, ਸੁਣ ਨਹੀਂ ਸਕਦਾ, ਤੂੰ ਦਿਆਲੂ ਹੈ, ਕਿਰਪਾਲੂ ਹੈ, ਇਹਨਾਂ ਨੂੰ ਸੋਝੀ ਬਖਸ਼। ਵਿਨਤੀਆਂ ਕਰ ਰਹੇ ਨੇ, ਜੋਦੜੀਆਂ ਕਰ ਰਹੇ ਨੇ, ਪਰਮੇਸ਼ਰ ਨੂੰ ਉਲਾਮਾ ਦੇ ਰਹੇ ਨੇ ਵੀ ਮੇਰੇ ਨਾਲ ਧੱਕੋ ਜ਼ੋਰੀ ਕੀਤੀ ਹੈ ਇਹਨਾਂ ਬ੍ਰਾਹਮਣਾਂ ਨੇ। ਇਤਿਹਾਸ ਗਵਾਹ ਹੈ, ਤੇ ਅੱਜ ਦੀ ਤਾਰੀਖ ਵਿੱਚ ਉਸ ਮੰਦਰ ਦੇ ਦਰਸ਼ਨ ਕਰੋ ਤੇ ਤੁਹਾਨੂੰ ਸਮਝ ਲੱਗੇਗੀ ਉੱਥੇ ਕੀ ਹੋਇਆ ਹੈ। ਪਰਮਾਤਮਾ ਪ੍ਰਗਟ ਹੋਇਆ, ਅਤ ਭੁਜ ਭਇਓ ਅਪਾਰਲਾ, ਬਹੁਤੀਆਂ ਭੁਜਾਵਾਂ ਲੈ ਕੇ ਪ੍ਰਗਟ ਹੋਇਆ ਤੇ ਆਪਣੀ ਅਜ਼ਮਤ ਨਾਲ, ਬਰਕਤ ਦੇ ਨਾਲ। ਭਗਤ ਨਾਮਦੇਵ ਜੀ ਕਹਿੰਦੇ ਨੇ, ਫੇਰ ਦਿਆ ਦੇਹੁਰਾ ਨਾਮੇ ਕਉ, ਪੰਡੀਅਨ ਕਉ ਪਿਛਵਾੜਲਾ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੇ। ਕਹਿੰਦੇ ਜਿਵੇਂ ਜਿਵੇਂ ਮੈਂ ਨਾਮ ਜਪ ਰਿਹਾ ਸੀ, ਤਿਵੇਂ ਤਿਵੇਂ ਉਹ ਜਿਹੜਾ ਮੰਦਰ ਸੀ ਉਹ ਫਿਰਦਾ ਗਿਆ। ਜਿਹਦੀ ਪਿੱਠ ਸੀ ਨਾ ਮੇਰੇ ਵੱਲ ਮੰਦਰ ਦੀ, ਉਹਦਾ ਮੁੱਖ ਦਰਵਾਜ਼ਾ ਮੇਰੇ ਵੱਲ ਹੋ ਗਿਆ। ਇੰਗਲਿਸ਼ ਦੇ ਵਿਦਵਾਨਾਂ ਨੇ ਬੜੀ ਸੁੰਦਰ ਟੀਕਾਕਾਰੀ ਇਹਦੇ ਤੇ ਕੀਤੀ ਹੈ। ਅੰਗਰੇਜ਼ੀ ਦੇ ਅਰਥ ਨਾਲ ਤਾਂ ਰੱਖਣੇ ਪੈਂਦੇ ਨੇ ਵੀ ਕਈ ਵਾਰ ਤਰਕਵਾਦੀ ਜਿਹੜੇ ਪ੍ਰਚਾਰਕ ਨੇ ਨਾ,
ਉਹ ਦਾਵਾ ਕਰਦੇ ਨੇ ਜੀ ਇਹ ਤੇ ਇਹਨਾਂ ਸੰਪਰਦਾਈਆਂ ਐਵੇਂ ਕੋਲੋਂ ਹੀ ਝੂਠੀਆਂ ਸਾਖੀਆਂ ਬਣਾਈਆਂ ਨੇ, ਬਾਣੀ ਤੇ ਇਹ ਗੱਲ ਕਹਿੰਦੀ ਨਹੀਂ, ਜਿਹੜਾ ਇਤਿਹਾਸ ਬਾਣੀ ਦੀ ਕਸਵੱਟੀ ਤੇ ਖਰਾ ਨਹੀਂ ਅਸੀਂ ਨਹੀਂ ਮੰਨਦੇ। ਤੋ ਮੈਂ ਉਹਨਾਂ ਨੂੰ ਸਮਝਾਉਣਾ ਵੀ ਤੁਹਾਡਾ ਬਾਪੂ ਗੁਰੂ ਗ੍ਰੰਥ ਸਾਹਿਬ ਇਹ ਕਹਿੰਦਾ ਜੇ ਵੀ ਮੰਦਰ ਘਮਾਇਆ ਹੈ ਪਰਮਾਤਮਾ ਨੇ, ਹੁਣ ਜਾਂ ਤੇ ਇਹਦੇ ਨਾਲ ਅੱਡਾ ਫਾਇਆ ਲਾਓ, ਮੱਥਾ ਲਾਓ। ਹੁਣ ਕਹਿ ਤੇ ਪਾਤਸ਼ਾਹ ਰਹੇ ਨੇ, ਤੇ ਜਿਹੜਾ ਇਹਦੇ ਨਾਲ ਮੱਥਾ ਲਾਉਂਦਾ ਹੈ ਗੁਰੂ ਗ੍ਰੰਥ ਸਾਹਿਬ ਨਾਲ, ਖੁਦ ਖੁਦਾ ਦੇ ਨਾਲ, ਕਲਗੀਧਰ ਕਹਿੰਦੇ ਉਸ ਗਨੀਮ ਨੂੰ ਮਿੱਟੀ ਵਿੱਚ ਗਾਲ ਕੇ ਸੁੱਟ ਦਿੰਦਾ ਹਾਂ ਮੈਂ। ਬਾਣੀ ਦੇ ਪਾਕ ਬੋਲ ਨੇ ਕਿ ਸਾਹਿਬ ਸ਼ੌਰਸਤ ਆਜ਼ਿਜ਼ ਨਿਵਾਜ਼ ਗਰੀਬੁਲ ਪਰਸਤੋ ਗਨੀਮੁਲ ਗੁਦਾਜ਼। ਫਾਰਸੀ ਦੇ ਬੋਲ ਨੇ ਕਲਗੀਧਰ ਦੇ। ਉਹ ਸਾਹਿਬ ਦਾ ਸੁਭਾਅ ਇਦਾਂ ਦਾ ਹੈ ਵੀ ਗਰੀਬ ਬਣ ਜਾ, ਝੁਕ ਜਾ, ਗਲ ਨਾ ਲਾਵੇਗਾ, ਦੁਸ਼ਮਣ ਬਣ ਜਾ, ਮੱਥਾ ਲਾ ਲੈ, ਗਨੀਮ ਬਣ ਜਾ, ਗੁਦਾਜ਼ ਗਾਲ ਕੇ ਸੁੱਟ ਦਵੇਗਾ। ਉਹ ਜਿੰਨੇ ਗੱਲ ਨਾ ਉਲਾ ਲਵੇ ਮੱਥਾ, ਅਸੀਂ ਤੇ ਉਹ ਪੜ੍ਹਨਾ ਤੇ ਮੰਨਣਾ ਹੈ ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ। ਇਹਦੇ ਨੂੰ ਵੱਡੀ ਵਿਚਾਰਧਾਰਾ ਕੋਈ ਨਹੀਂ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜੇ ਅਵਰ ਨਾ ਕੋਈ। ਹੁਣ ਇੱਥੇ ਇੰਗਲਿਸ਼ ਦੇ ਵਿਦਵਾਨ ਕਹਿੰਦੇ ਨੇ ਵੈਨ ਨਾਮਦੇਵ ਉਟਰ ਦਾ ਗਲੋਰੀਅਸ ਪ੍ਰੇਜ਼ਸ ਆਫ ਲਾਰਡ, ਜਦੋਂ ਰੱਬ ਦੇ ਗੀਤ ਗਾਏ ਨਾਮਦੇਵ ਨੇ, ਭਗਤ ਜਨਾ ਕੋ ਦੇਹੁਰਾ ਫਿਰੈ। ਉਹ ਜਿਹੜਾ ਮੰਦਰ ਸੀ, ਦਾ ਟੈਂਪਲ ਟਰਨਸ ਟੂਵਰਡਸ ਦਾ ਸੇਂਟਲੀ ਪਰਸਨ, ਉਹ ਭਗਤ ਦੇ ਵੱਲ ਨੂੰ ਮੁੜ ਗਿਆ। ਉਹ ਜਿਹੜਾ ਮੁੱਖ ਦਰਵਾਜ਼ਾ ਸੀ ਭਗਤ ਵੱਲ ਨੂੰ ਹੋ ਗਿਆ। ਭਾਈ ਗੁਰਦਾਸ ਜੀ ਨੂੰ ਪੁੱਛੋ ਵੀ ਇਹ ਸੱਚ ਹੈ? ਕਹਿੰਦੇ ਫੇਰ ਦੇਹੁਰਾ ਰਖਿਓਨ ਚਾਰ ਵਰਨ ਲਹਿ ਪੈਰੀ ਪਾਇਆ। ਕਹਿੰਦੇ ਜਿਹੜੇ ਨਾਮਦੇਵ ਨੂੰ ਨੀਵੀਂ ਜਾਤ ਦਾ ਕਹਿੰਦੇ ਸੀ ਨਾ, ਜਦੋਂ ਉਹਨੇ ਮੰਦਰ ਫੇਰ ਦਿੱਤਾ ਤੇ ਚਾਰੇ ਵਰਨ ਸਣੇ ਬ੍ਰਾਹਮਣ ਸ਼ੂਦ ਵੈਸ਼ ਛਤਰੀ ਆ ਕੇ ਚਰਨਾਂ ਤੇ ਡਿੱਗ ਪਏ, ਚਰਨਾਂ ਵਿੱਚ ਝੁਕ ਗਏ। ਐਸੀ ਪ੍ਰਮਾਤਮਾ ਦੀ ਬਖਸ਼ਿਸ਼ ਹੋਈ, ਭਗਤ ਜਨਾ ਕਾ ਕਰੇ ਕਰਾਇਆ। ਤੇ ਕਹਿੰਦੇ ਭਗਤ ਜੋ ਚਾਹੁੰਦੇ ਨੇ ਦੁਨੀਆ ਤੇ ਉਹ ਹੋ ਜਾਂਦਾ ਹੈ। ਖੈਰ ਉਹ ਪੰਡਤਾਂ ਵੱਲ ਪਿੱਠ ਹੋ ਗਈ ਉਸ ਮੰਦਰ ਦੀ, ਪੰਡਤਾਂ ਵੱਲ ਪਿਛਵਾੜਾ ਕਰ ਲਿਆ ਉਸ ਮੰਦਰ ਨੇ। ਫਿਰ ਧਿਆਨ ਦਿਓ, ਫੇਰ ਦੀਆ ਦੇਹੁਰਾ ਨਾਮੇ ਕਹੋ। ਦੇਹੁਰਾ ਮੰਦਰ ਨੂੰ ਕਹਿੰਦੇ ਨੇ। ਇੱਥੇ ਮਨ ਦੀ ਗੱਲ ਨਹੀਂ ਹੈ ਵੀ ਮਨ ਫੇਰਤਾ, ਮਨ ਦੀ ਕੋਈ ਪਿੱਠ ਨਹੀਂ ਹੁੰਦੀ, ਮਨ ਦਾ ਕੋਈ ਦਰਵਾਜ਼ਾ ਨਹੀਂ ਹੈ ਸਿੱਧਾ ਵੀ ਆਹ ਦਰਵਾਜ਼ਾ ਹੈ ਤੇ ਇੱਧਰ ਉਹਦੀ ਪਿੱਠ ਹੈ, ਉਹ ਅਗੋਚਰ ਹਸਤੀ ਹੈ। ਇੱਥੇ ਆ ਦੇਹੁਰਾ, ਫੇਰ ਦੀਆ ਦੇਹੁਰਾ ਨਾਮੇ ਕੋ ਪੰਡੀਅਨ ਕੋ ਪਿਛਵਾਰਲਾ। ਪੰਡਤਾਂ ਵੱਲ ਪਿੱਛਾ ਹੋ ਗਿਆ ਉਸ ਮੰਦਰ ਦਾ, ਪੰਡਤਾਂ ਵੱਲ ਨੂੰ ਪਿੱਠ ਕਰ ਲਈ ਉਸ ਮੰਦਰ ਨੇ। ਹੀ ਟਰਨ ਹਿਸ ਟੈਂਪਲ ਬੈਕ ਔਨ ਦਾ ਬ੍ਰਾਹਮਣਸ। ਪਰਮਾਤਮਾ ਤੋਂ ਜਿਹੜਾ ਮੁਨਕਰ ਹੈ ਨਾ, ਜਿਹੜਾ ਪਾਖੰਡ ਕਰਦਾ ਹੈ, ਜਿਹੜਾ ਕਰਮ ਕਾਂਡੀ ਹੈ, ਰੱਬ ਦਾ ਭੈ ਨਹੀਂ ਰੱਖਦਾ, ਰੱਬ ਨਾਲ ਪ੍ਰੇਮ ਨਹੀਂ ਕਰਦਾ, ਉਹਨਾਂ ਨਾਲ ਰੱਬ ਪਿੱਠ ਕਰ ਲੈਂਦਾ ਹੈ। ਅੱਛਾ, ਜਦੋਂ ਤੁਸੀਂ ਉਹ ਕਦੇ ਦਰਸ਼ਨ ਕਰਨ ਜਾਓ ਨਾ ਹਜ਼ੂਰ ਸਾਹਿਬ, ਤੇ ਕਦੇ ਉਹ ਮੰਦਰ ਦੇ ਦਿਦਾਰੇ ਕਰਿਓ। ਮੈਂ ਸਨਾਤਨ ਮੱਤ ਦੀਆਂ, ਹਿੰਦੂ ਮੱਤ ਦੀਆਂ ਦੋ ਤਿੰਨ ਮਰਿਆਦਾ ਦੱਸ ਦਿੰਦਾ, ਤੁਹਾਨੂੰ ਸਮਝ ਲੱਗ ਜਾਵੇਗੀ ਵੀ ਮੰਦਰ ਫਿਰਿਆ ਹੋਇਆ ਹੈ। ਸਨਾਤਨ ਮੱਤ ਦੇ ਮੰਦਰ ਦਾ ਜਿਹੜਾ ਦਰਵਾਜ਼ਾ ਹੁੰਦਾ ਹੈ ਨਾ, ਹਮੇਸ਼ਾ ਦੱਖਣ ਵੱਲ, ਕਦੇ ਤੁਸੀਂ ਧਿਆਨ ਦਿਓ, ਚੜ੍ਹਦੇ ਵਾਲੇ ਪਾਸੇ ਹੁੰਦਾ ਹੈ। ਤੇ ਜੇ ਤੁਸੀਂ ਅੱਜ ਉਸ ਮੰਦਰ ਦਾ ਦਰਵਾਜ਼ਾ ਵੇਖੋਗੇ ਨਾ, ਤੇ ਤੁਸੀਂ ਧਿਆਨ ਮਾਰਿਓ, ਉਹਦਾ ਦਰਵਾਜ਼ਾ ਪੱਛਮ ਵੱਲ ਹੈ। ਉਹ ਕਦੇ ਵੀ ਸਨਾਤਨ ਮਤੀਏ ਚੜ੍ਹਦੇ ਤੋਂ ਲਹਿਦਾ ਦੂਸਰੇ ਬੰਨੇ ਨੂੰ ਦਰਵਾਜ਼ਾ ਨਹੀਂ ਕਰਦੇ, ਪੱਛਮ ਵੱਲ ਨਹੀਂ ਰੱਖਦੇ। ਇੱਕੋ ਇੱਕ ਮੰਦਰ ਹੈ ਭਾਰਤ ਵਰਸ਼ ਦਾ ਜਿਹਦਾ ਦਰਵਾਜ਼ਾ ਪੱਛਮ ਵੱਲ ਹੈ, ਆਪੋਜ਼ਿਟ ਹੈ। ਜੋ ਹੋਣਾ ਚਾਹੀਦਾ ਸੀ ਉਹਦੇ ਉਲਟ ਹੈ। ਪਹਿਲਾ ਸਬੂਤ ਤੇ ਇਹ ਹੈ। ਦੂਜਾ, ਹਿੰਦੂ ਮੱਤ ਦੇ ਜਿੰਨੇ ਵੀ ਮੰਦਰ ਨੇ, ਜਦੋਂ ਤੁਸੀਂ ਕਦੇ ਮੰਦਰ ਜਾਓ ਨਾ, ਹਮੇਸ਼ਾ ਮੰਦਰ ਦੇ ਸਾਹਮਣੇ ਸਰੋਵਰ ਹੁੰਦਾ ਹੈ। ਇੱਕ ਸਿਧਾਂਤ ਹੈ ਵੀ ਪਹਿਲਾਂ ਮੰਦਰ ਵਿੱਚ ਟੁਬਕੀ ਲਾ ਲਓ, 5 ਇਸ਼ਨਾਨਾ ਕਰ ਲਓ, ਮੂੰਹ ਧੋ ਲਓ, ਤੇ ਫਿਰ ਠਾਕੁਰ ਦੀ ਪੂਜਾ ਕਰ ਲਿਓ ਅੰਦਰ ਆ ਕੇ। ਹੁਣ ਮੁੱਖ ਦਰਵਾਜ਼ੇ ਵੱਲ ਸਰੋਵਰ ਹੁੰਦੇ ਨੇ,
ਜਦੋਂ ਔਢਾ ਨਾਗਨਾਥ ਮੰਦਿਰ ਜਾਂਦੇ ਹੋ ਤੁਸੀਂ ਵੇਖੋਗੇ ਮੁੱਖ ਦਰਵਾਜ਼ਾ ਆਪੋਜ਼ਿਟ ਹੈ, ਦੂਸਰੀ ਦਿਸ਼ਾ ਵਿੱਚ ਹੈ ਤੇ ਸਰੋਵਰ ਪਿੱਛੇ ਹੈ। ਭਾਵ ਉਹ ਸਰੋਵਰ ਦੇ ਮੁੱਖ ਦਰਵਾਜ਼ੇ ਵੱਲ ਮੰਦਿਰ ਦਾ ਮੁੱਖ ਦਰਵਾਜ਼ਾ ਸੀ। ਹੁਣ ਹੋਇਆ ਕੀ ਹੈ, ਜਦੋਂ ਉਹ ਮੰਦਿਰ ਘੁੰਮਿਆ, ਮੰਦਿਰ ਦੀ ਪਿੱਠ ਸਰੋਵਰ ਵੱਲ ਹੋ ਗਈ ਤੇ ਮੁੱਖ ਦਰਵਾਜ਼ਾ ਦੂਜੇ ਬੰਨੇ ਹੋ ਗਿਆ, ਸਰੋਵਰ ਪਿੱਛੇ ਚਲਾ ਗਿਆ ਹੈ। ਤੇ ਤੀਸਰਾ ਜਿਹੜਾ ਪੱਖ ਹੈ, ਭਗਤ ਨਾਮਦੇਵ ਜੀ ਕਹਿੰਦੇ ਨਾ, ਮੈਂ ਮੰਦਿਰ ਦੇ ਪਿੱਛੇ ਬੈਠਾ ਸੀ ਜਾ ਕੇ, ਲੈ ਕਮਲੀ ਚੱਲਿਓ ਪਲਟਾਏ ਦੇਹਰੇ ਪਾਸੇ ਬੈਠਾ ਜਾਏ, ਮੈਂ ਤੇ ਪਿੱਛੇ ਬੈਠਾ ਸੀ। ਉਹ ਜਿੱਥੇ ਬੈਠੇ ਸਨ ਉਹਨਾਂ ਦੇ ਸੇਵਕਾਂ ਨੇ ਇੱਕ ਭਗਤ ਨਾਮਦੇਵ ਦੇ ਨਾਮ ਤੇ ਉੱਥੇ ਛੋਟਾ ਜਿਹਾ ਮੰਦਿਰ ਬਣਾਇਆ ਹੈ ਜਿੱਥੇ ਬੈਠੇ ਸਨ। ਅੱਜ ਔਢਾ ਨਾਗਨਾਥ ਮੰਦਿਰ ਦਾ ਮੁੱਖ ਦਰਵਾਜ਼ਾ ਵੇਖੋ ਤੇ ਭਗਤ ਨਾਮਦੇਵ ਦਾ ਜੋ ਮੰਦਿਰ ਬਣਿਆ ਹੈ ਉਹਦੇ ਵੱਲ ਨੂੰ ਉਹ ਮੁੱਖ ਦਰਵਾਜ਼ਾ ਹੈ। ਐਸਾ ਕੌਤਕ ਉਥੇ ਭਗਤ ਨਾਮਦੇਵ ਜੀ ਦੇ ਪਰਥਾਏ ਪ੍ਰਮਾਤਮਾ ਨੇ ਵਰਤਾਉਣਾ ਕੀਤਾ ਹੈ। ਅੱਛਾ, ਇੱਕ ਚੌਥਾ ਸਬੂਤ ਵੀ ਹੈ। ਹੁਣ ਕੋਈ ਵੀ ਬਿਲਡਿੰਗ ਹੈ ਨਾ, ਉਹ ਨੀਂਵ ਦੇ ਨਾਲ, ਵਜੂਦ ਦੇ ਨਾਲ ਉਹਦੀਆਂ ਕੰਧਾਂ ਜੁੜੀਆਂ ਹੁੰਦੀਆਂ ਨੇ। ਇਹ ਥੋੜਾ ਹੋ ਸਕਦਾ ਵੀ ਨੀਂਹ ਵੱਖਰੀ ਹੈ ਤੇ ਉਤਲੀ ਬਿਲਡਿੰਗ ਵੱਖਰੀ ਹੈ, ਜਾਂ ਤੁਸੀਂ ਆਖੋ ਵੀ ਨੀਂਹ ਹੈ ਹੀ ਨਹੀਂ ਹੈ, ਬਿਲਡਿੰਗ ਇੱਦਾਂ ਧਰਤੀ ਤੇ ਹੀ ਪਈ ਹੈ, ਉਹ ਕਿੰਨਾ ਸਮਾਂ ਰਹੇਗੀ। ਇਹ ਹਜ਼ਾਰਾਂ ਸਾਲ ਪੁਰਾਣਾ ਮੰਦਿਰ ਹੈ ਔਢਾ ਨਾਗਨਾਥ ਦਾ। ਉਹ ਤੁਸੀਂ ਵੇਖਿਓ, ਜਦੋਂ ਧਰਤੀ ਦੇ ਉੱਤੇ ਧਿਆਨ ਨਾਲ ਵੇਖੋਗੇ ਤੇ ਉਹ ਜਿਹੜਾ ਉਹਦਾ ਵਜੂਦ ਹੈ ਨਾ, ਉਹਦੇ ਜਿਹੜੀਆਂ ਮੁੱਖ ਕੰਧਾਂ ਨੇ ਉਹਨਾਂ ਦੇ ਕਰੀਬ ਹੋ ਕੇ ਤੁਸੀਂ ਨੀਂਵ ਦੇ ਵਿੱਚ ਉਂਗਲ ਪਾਉਣ ਦੀ ਕੋਸ਼ਿਸ਼ ਕਰਿਓ ਤੇ ਤੁਹਾਡੀ ਪੂਰੀ ਉਂਗਲ ਉਹਦੇ ਥੱਲੇ ਚਲੇ ਜਾਵੇਗੀ। ਮਤਲਬ ਉਹ ਜਦੋਂ ਘੁੰਮਿਆ ਹੈ ਮੰਦਿਰ, ਜਿਹੜੀ ਨੀਂਵ ਸੀ ਮੰਦਿਰ ਦੀ ਉਹਦੇ ਨਾਲੋਂ ਉਹ ਟੁੱਟ ਕੇ ਜੁਦਾ ਹੋ ਗਿਆ ਤੇ ਅੱਜ ਵੀ ਉਹ ਜੁਦਾ ਹੈ। ਤੇ ਕੰਢਿਆਂ ਤੋਂ ਇੰਨਾ ਤੁਸੀਂ ਦੇਖੋਗੇ ਝੀਤ ਦਿਖਦੀ ਹੈ, ਤਕਰੀਬਨ 1 ਇੰਚ ਝੀਤ ਹੈ, ਉਹ ਮੰਦਿਰ ਪਾਸਿਆਂ ਤੋਂ ਉੱਚਾ ਦਿਖਦਾ ਹੈ, ਉਹ ਧਰਤੀ ਦੇ ਸਿੱਧਾ ਹੀ ਟਿਕਿਆ ਹੋਇਆ ਹੈ। ਹੁਣ ਉਹ ਇੱਕ ਪੱਥਰ ਘੜਿਆ ਸੀ, ਇੱਕ ਪਹਾੜ ਘੜਿਆ ਸੀ ਪਾਂਡਵਾਂ ਨੇ, ਤੇ ਜੇ ਪਹਾੜ ਘਟਿਆ ਹੈ ਏਡਾ ਵੱਡਾ ਪਾਂਡਵਾਂ ਨੇ, ਤੇ ਉਹਦਾ ਵਜੂਦ ਤੇ ਧਰਤੀ ਤੇ ਜੁੜਿਆ ਚਾਹੀਦਾ ਸੀ। ਜੇ ਨਹੀਂ ਘੁੰਮਿਆ, ਜੇ ਘੁੰਮਿਆ ਹੈ ਤੇ ਉਹਦਾ ਵਜੂਦ ਜੁਦਾ ਹੋ ਚੁੱਕਿਆ ਹੈ। ਅੱਜ ਵੀ ਜਾ ਕੇ ਦਿਦਾਰੇ ਕਰ ਲਿਓ, ਬੜੀਆਂ ਮੂਵੀਆਂ ਸੋਸ਼ਲ ਮੀਡੀਏ ਤੇ ਉਹਦੇ ਬਾਬਤ ਸਿੱਖ ਸੰਗਤਾਂ ਨੇ ਪਾਈਆਂ ਨੇ, ਗੁਰਮੁਖ ਪਿਆਰਿਆਂ ਨੇ ਪਾਈਆਂ ਨੇ। ਖੈਰ ਮੁੱਕਦੀ ਗੱਲ ਹੈ, ਧਰਮੀ ਬੰਦੇ ਲਈ ਪਰਮਾਤਮਾ ਸਭ ਕੁਝ ਕਰ ਸਕਦਾ ਹੈ ਤੇ ਨਾਸਤਿਕ ਦੇ ਲਈ ਰੱਬ ਕੋਈ ਨਹੀਂ ਹੈ। ਤੇ ਹੁਣ ਜਿਹੜਾ ਆਪ ਨਾਸਤਿਕ ਹੈ ਉਹ ਆਪਣੀ ਡਫਲੀ ਵਜਾਈ ਜਾਵੇ, ਉਹ ਕਮ ਸੇ ਕਮ ਧਰਮ ਦੇ ਸਿਧਾਂਤ ਤੇ ਚੱਲਣ ਵਾਲਿਆਂ ਨੂੰ ਨਾ ਤੋੜੇ। ਜਦੋਂ ਉਹ ਤੋੜਦਾ ਹੈ ਤੇ ਫਿਰ ਇਹੋ ਜਿਹੇ ਕੁਤਰਕੀਆਂ ਦਾ ਜਵਾਬ ਗੁਰਬਾਣੀ ਦੀ ਛਤਰ ਛਾਇਆ ਵਿੱਚ ਦੇਣਾ ਪੈਂਦਾ ਹੈ। ਇਹ ਇਕੱਲਾ ਗਿਆਨੀਆਂ ਦਾ ਫਰਜ਼ ਨਹੀਂ ਹੁੰਦਾ, ਇਹ ਜਿਹੜੀਆਂ ਸਿੱਖ ਸੰਗਤਾਂ ਨੇ ਉਹਨਾਂ ਹੀ ਗੁਰੂ ਗ੍ਰੰਥ ਸਾਹਿਬ ਤੁਹਾਡਾ ਵੀ ਹੈ। ਪੜ੍ਹਿਆ ਕਰੋ ਬਾਣੀ, ਸਹਿਜ ਪਾਠ ਕਰਿਆ ਕਰੋ, ਵਿਚਾਰਿਆ ਕਰੋ। ਐਸੇ ਕੁਤਰਕ ਵਿਦਵਾਨਾਂ ਨੂੰ ਤੁਹਾਡਾ ਫਰਜ਼ ਬਣਦਾ ਹੈ ਜਵਾਬ ਦੇਣ ਦਾ। ਤੇ ਮੈਂ ਕਈ ਵਾਰ ਹੈਰਾਨ ਰਹਿ ਜਾਂਦਾ ਵੀ ਸਾਰੀ ਦਿਹਾੜੀ ਗੁਰਮਤਿ ਦੇ ਸਿਧਾਂਤ ਦੇ ਉਲਟ ਕਥਾ ਕਰਨੀ, ਗੁਰੂ ਨੂੰ ਅਧੂਰਾ ਕਹਿਣਾ, ਗੁਰੂ ਨੂੰ ਮਾਮੂਲੀ ਇਨਸਾਨ ਕਹਿਣਾ, ਆਮ ਇਨਸਾਨ ਕਹਿਣਾ, ਕਰਾਮਾਤ ਤੋਂ ਰਹਿਤ ਕਹਿਣਾ, ਤੇ ਕਹਿਣਾ ਵੀ ਤੁਹਾਡੀ ਸਟੇਜ ਤੇ ਬਹਿ ਕੇ, ਤੇ ਤੁਸੀਂ ਸਰੋਪੇ ਦੇਈ ਜਾਂਦੇ ਹੋ। ਇਹੋ ਜਿਹੇ ਪ੍ਰਚਾਰਕਾਂ ਨੂੰ ਕਿੱਥੇ ਦੇਣ ਦੇਵੋਗੇ ਤੁਸੀਂ ਜਾ ਕੇ? ਜਿਹੜਾ ਗੁਰੂ ਨਾਨਕ ਨੂੰ ਅਧੂਰਾ ਤੇ ਆਮ ਇਨਸਾਨ ਸਮਝਦਾ ਹੈ ਉਹਦੇ ਤੋਂ ਵੱਡਾ ਗੁਨਾਹਗਾਰ ਕੋਈ ਨਹੀਂ ਹੈ। ਗੁਰਬਾਣੀ ਦਾ ਫਰਮਾਨ ਹੈ, ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਬਾਣੀ ਤੇ ਕਹਿੰਦੀ ਉਹ ਪੂਰਾ ਕਰਾਮਾਤੀ ਹੈ। ਬਾਣੀ ਨੇ ਤੇ ਇੱਥੋਂ ਤੱਕ ਕਿਹਾ ਹੈ, ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ, ਨਥਿੰਗ ਇਜ਼ ਬਿਯੋਂਡ ਗੁਰੂ ਨਾਨਕ। ਉਹ ਜੋ ਚਾਹੇ ਕਰ ਸਕਦਾ ਹੈ। ਤੇ ਇੱਥੇ ਹੀ ਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ ਇੰਨਾ ਕੁਫਰ ਤੋਲਣਾ ਵੀ ਗੁਰੂ ਆਮ ਇਨਸਾਨ ਹੈ, ਗੁਰੂ 'ਚ ਕਰਾਮਾਤ ਨਹੀਂ, ਰੱਬ ਮੰਦਰ ਨਹੀਂ ਘੁਮਾ ਸਕਦਾ, ਰੱਬ ਵਿੱਚ ਤਾਕਤ ਕੋਈ ਨਹੀਂ। ਜੇ ਰੱਬ ਦੇ ਪੱਲੇ ਹੀ ਕੁਝ ਨਹੀਂ ਤੇ ਤੁਸੀਂ ਰੱਬ ਦੇ ਦਰ ਤੇ ਕਿਉਂ ਨੋਟ ਇਕੱਠੇ ਕਰਦੇ ਫਿਰਦੇ ਹੋ? ਜੋ ਤੁਹਾਨੂੰ ਚੰਗਾ ਲੱਗਦਾ ਉੱਥੇ ਜਾ ਕੇ ਬਹੋ। ਜੇ ਤੁਹਾਨੂੰ ਧਰਮ ਦੀ ਦੁਨੀਆ ਵਿੱਚ ਅਡੰਬਰ, ਝੂਠ, ਇਹ ਸਭ ਪਖੰਡ ਲੱਗਦਾ, ਤੁਸੀਂ ਲੈਣ ਕੀ ਆਉਂਦੇ ਹੋ ਸਟੇਜਾਂ ਤੇ?
ਰੋਟੀ ਬੋਟੀ ਵੀ ਸੰਗਤ ਦੀ ਖਾਣੀ ਹੈ, ਗੁਰੂ ਦੀ ਦਿੱਤੀ ਖਾਣੀ ਹੈ। ਥਾਲੀ ਕਹਿੰਦੇ ਨੇ ਤੇ ਅੱਜ ਬੜੇ ਨੇ ਇਦਾਂ ਦੇ, ਉਹ ਕਹਿੰਦੇ ਨਹੀਂ ਮੰਦਰ ਨਹੀਂ ਘੁੰਮ ਸਕਦਾ, ਉਹ ਕਹਿੰਦੇ ਰੀਠੇ ਨਹੀਂ ਮਿੱਠੇ ਹੋ ਸਕਦੇ, ਉਹ ਕਹਿੰਦੇ ਵੀ ਹਸਤ ਦੇ ਨਾਲ ਪਹਾੜ ਨਹੀਂ ਡੱਕਿਆ ਜਾ ਸਕਦਾ। ਪਰ ਕੀ ਕਰੋਗੇ, ਇਤਿਹਾਸ ਮੌਜੂਦ ਹੈ। ਸਿੱਖੀ ਦੇ ਸਿਧਾਂਤ ਦੇ ਅੰਦਰ ਸਿਰ ਨਿਵਾਉਣ ਦੀ ਧਾਰਨਾ ਹੈ, ਤਰਕ ਕਰਨ ਦੀ ਨਹੀਂ। ਹੁਣ ਮੈਂ ਭਗਤ ਨਾਮਦੇਵ ਜੀ ਨੂੰ ਹੀ ਪੁੱਛਾਂ ਵੀ ਤਰਕ ਕਰਦੇ ਨੇ ਤੁਹਾਡੀਆਂ ਸਾਖੀਆਂ ਤੇ, ਤੁਹਾਡਾ ਕੋਈ ਜਵਾਬ? ਉਹਨਾਂ ਦੀ ਬਾਣੀ ਪੜ੍ਹਿਓ ਕਦੇ, ਗੁਰੂ ਗ੍ਰੰਥ ਸਾਹਿਬ ਨੂੰ ਧਿਆਨ ਨਾਲ ਪੜ੍ਹਿਓ। ਕਹਿੰਦੇ ਤਰਕ ਨਾਚਾ ਭਰਮੀਆਂ ਚਾਹ। ਤਰਕ ਨਾਚਾ ਦਾ ਭਾਵ ਕਹਿੰਦੇ ਤਰਕ ਨਾ ਕਰ, ਧਰਮੇ ਸਿਖਾਉਂਦਾ ਤਰਕ ਨਾ ਕਰ, ਭਰਮ ਨੂੰ ਦੂਰ ਕਰ, ਭਾਵਨਾ ਰੱਖ, ਪਰਮਾਤਮਾ ਜੋ ਚਾਹੇ ਕਰ ਸਕਦਾ ਹੈ। ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋਵੰਦੇ, ਜੋ ਮੂੰਹੋਂ ਬੋਲਣ ਭਗਤ ਉਹੀ ਕਰਦਾ ਹੈ। ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣਨ ਦੇ, ਦੁਨੀਆ 'ਚ ਪ੍ਰਗਟ ਹੈ। ਅੱਛਾ ਇਦਾਂ ਕਦੀ ਕਦਾਈ ਚਲੋ ਪ੍ਰਮਾਤਮਾ ਨੇ ਕੌਤਕ ਕਰਨੇ, ਭਗਤ ਜੀ ਨੂੰ ਦਰਸ਼ਨ ਹੋ ਜਾਣੇ। ਇੱਕ ਦਿਨ ਸੰਤਾਂ ਦੀ ਸਭਾ ਵਿੱਚ ਬੈਠੇ, ਉੱਥੇ ਗੱਲ ਚੱਲ ਪਈ ਵੀ ਇਹਨਾਂ ਗੁਰੂ ਕੋਈ ਨਹੀਂ ਧਾਰਿਆ। ਜਦੋਂ ਗੁਰੂ ਨਹੀਂ ਧਾਰਿਆ ਤੇ ਉਹ ਸੰਗੀ ਸਾਥੀ ਸੰਤ ਜਨ ਕਹਿੰਦੇ ਵੀ ਤੂੰ ਸਾਡੀ ਸਭਾ 'ਚ ਨਹੀਂ ਬਹਿ ਸਕਦਾ। ਇਹ ਗੁਰਮੁਖਾਂ ਦੀ, ਗੁਰਮਤੀਆਂ ਦੀ, ਭਾਵ ਗੁਰੂ ਧਾਰਨੇ ਵਾਲਿਆਂ ਦੀ ਸਭਾ ਹੈ, ਜਿਨ੍ਹਾਂ ਦਾ ਕੋਈ ਖਸਮ ਹੈ, ਇਸ਼ਟ ਹੈ। ਤੁਸੀਂ ਤੇ ਮੂਰਤੀ ਪੂਜਕ ਹੋ, ਗੁਰੂ ਤੋਂ ਬਿਨਾਂ ਮੁਕਤੀ ਨਹੀਂ ਹੋਣੀ। ਮਨ ਤੇ ਚੋਟ ਲੱਗੀ। ਔਡਾ ਪਿੰਡ ਪੁਰਾਤਨ ਉਹਦਾ ਮੰਦਰ ਹੈ ਨਾ, ਸ਼ਿਵ ਮੰਦਰ, ਜਿਹਨੂੰ ਜੋਤੀਲਿੰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉੱਥੇ ਗਏ ਦਰਸ਼ਨਾਂ ਨੂੰ, ਸ਼ਿਵਰਾਤਰੀ ਹੈ। ਉੱਥੇ ਇੱਕ ਬਜ਼ੁਰਗੀ ਦੀ ਹਾਲਤ ਵਿੱਚ ਇਨਸਾਨ ਲੇਟਿਆ ਹੋਇਆ ਹੈ ਤੇ ਸ਼ਿਵਲਿੰਗ ਤੇ ਨਾ ਪੈਰ ਰੱਖਿਆ। ਭਗਤ ਜੀ ਅੰਦਰ ਗਏ ਤੇ ਬੜਾ ਕ੍ਰੋਧ ਆਇਆ ਵੀ ਸ਼ਿਵਲਿੰਗ ਦੇ ਉੱਤੇ ਪੈਰ ਰੱਖਿਆ ਹੈ, ਤੇ ਗੁੱਸੇ ਵਿੱਚ ਆਖਣ ਲੱਗੇ ਉਸ ਬਜ਼ੁਰਗ ਨੂੰ ਵੀ ਤੁਹਾਨੂੰ ਪਤਾ ਨਹੀਂ ਹੈ, ਤੁਸੀਂ ਸ਼ਿਵਲਿੰਗ ਦੇ ਉੱਤੇ ਪੈਰ ਰੱਖਿਆ ਹੈ, ਇਹ ਨਰਾਦਰੀ ਹੈ ਮੰਦਰ ਅੰਦਰ। ਤੇ ਉਹ ਜਿਹੜਾ ਬਜ਼ੁਰਗ ਲੇਟਿਆ ਸੀ ਨਾ, ਵਿਸ਼ੋਭਾ ਖੇਚਰ ਉਹਦਾ ਨਾਮ ਸੀ, ਉਹ ਕਹਿੰਦਾ ਅੱਛਾ, ਕਹਿੰਦੇ ਫਿਰ ਭਗਤਾ ਤੂੰ ਇਹ ਦੱਸ ਵੀ ਜਿੱਥੇ ਤੂੰ ਖਲੋਤਾ ਹੈ ਉਹ ਵੀ ਤੇ ਪੱਥਰ ਹੀ ਹੈ ਨਾ, ਉਹ ਵੀ ਤੇ ਸ਼ਿਵਲਿੰਗ ਵਾਂਗ ਪੱਥਰ ਹੀ ਹੈ ਨਾ, ਤੂੰ ਵੀ ਤੇ ਪੈਰ ਰੱਖ ਕੇ ਹੀ ਖਲੋਤਾ। ਤੂੰ ਮੈਨੂੰ ਇਹ ਦੱਸ ਵੀ ਕਿਹੜੇ ਜ਼ਰੇ ਵਿੱਚ ਪਰਮਾਤਮਾ ਨਹੀਂ ਹੈ। ਇਹ ਵਿਦਕਰਾ ਨਾ ਪਾਓ ਵੀ ਇੱਕ ਮੂਰਤ ਘੜ ਲਈ ਤੇ ਉਹ ਸ਼ਿਵਲਿੰਗ ਬਣ ਗਿਆ, ਉਹਨੂੰ ਰੱਬ ਸਮਝ ਲਿਆ, ਉਹਦੇ 'ਚ ਰੱਬ ਹੈ। ਤੇ ਜੇ ਤੁਸੀਂ ਉਸ ਪੱਥਰ ਤੇ ਖਲੋਤੇ ਹੋ ਜਿਹੜਾ ਹਜੇ ਘੜਿਆ ਨਹੀਂ ਤੇ ਉਹ ਰੱਬ ਨਹੀਂ। ਇਹ ਕਹਿੰਦੇ ਠੀਕ ਨਹੀਂ ਹੈ। ਕਹਿੰਦੇ ਇਹ ਮਨ ਤੇ ਚੋਟ ਬੜੀ ਲੱਗੀ ਇਹ ਬਚਨ ਸੁਣ ਕੇ ਭਗਤ ਨਾਮਦੇਵ ਦੇ। ਇਹ ਗਿਆਨ ਹੋਇਆ ਵੀ ਮੈਂ ਦੌੜ ਕੇ ਮੂਰਤੀ ਵੱਲ ਜਾਂਦਾ ਹਾਂ, ਉਹ ਤੇ ਹਰ ਜ਼ਰੇ ਵਿੱਚ ਵਸਦਾ ਹੈ, ਉਹਨੂੰ ਤੇ ਕਿਤੇ ਵੀ ਯਾਦ ਕਰੋ ਪ੍ਰਗਟ ਹੋ ਸਕਦਾ ਹੈ, ਤੇ ਮੈਂ ਮੂਰਤੀ ਅੱਗੇ ਤਰਲੇ ਲੈਣਾ। ਤੁਸੀਂ ਬਾਣੀ ਪੜ੍ਹਿਓ ਕਦੇ, ਗੂਜਰੀ ਸ਼੍ਰੀ ਨਾਮਦੇਵ ਜੀ, ਜਦੋਂ ਇਹ ਪੜ੍ਹਦੇ ਹੋ ਨਾ, ਪਦੇ ਨੇ ਉੱਥੇ ਗੁਜਰੀ ਰਾਗ ਦੇ ਵਿੱਚ ਉਹ ਬਚਨ ਕਰਦੇ ਨੇ, ਸਤਿਗੁਰ ਮਿਲੇ ਤਾਂ ਸਹਿਸਾ ਜਾਈ। ਅੱਗੇ ਮੂਰਤਾਂ 'ਚ ਹੀ ਰੱਬ ਸਮਝਦੇ ਸਨ, ਇਹ ਸ਼ੱਕ ਨਿਕਲ ਗਿਆ ਵੀ ਹਰ ਜ਼ਰੇ ਵਿੱਚ ਹੈ, ਹੁਣ ਉਹ ਕੱਲਾ ਮੂਰਤਾਂ ਵਿੱਚ ਨਹੀਂ। ਕਹਿੰਦੇ ਸਤਿਗੁਰੂ ਮਿਲ ਪਿਆ, ਕਿਸੋਂ ਪੂਜੋ ਦੂਜਾ ਨਦਰ ਨਾ ਆਈ। ਹੁਣ ਕਿਹਦੀ ਪੂਜਾ ਕਰਾਂ, ਉਹ ਤੇ ਹਰ ਜ਼ਰੇ ਵਿੱਚ ਹੈ। ਏਕੈ ਪਾਥਰ ਕੀਜੈ ਭਾਉ, ਦੂਜੈ ਪਾਥਰ ਧਰਿਐ ਪਾਉ। ਇੱਕ ਪੱਥਰ ਨਾਲ ਤੇ ਪ੍ਰੇਮ ਕਰਦੇ ਆ ਜਿਹੜਾ ਘੜਿਆ ਹੈ, ਮੂਰਤੀ ਦੇ ਰੂਪ ਵਿੱਚ ਹੈ, ਤੇ ਦੂਜੇ ਪੱਥਰ ਦਾ ਕੋਈ ਤੇ ਮੋਹ ਹੀ ਨਹੀਂ। ਆਖਣ ਲੱਗੇ ਜੇ ਉਹ ਦਿਓ ਤਾਂ ਉਹ ਵੀ ਦੇਵਾ। ਜੇ ਇੱਕ ਪੱਥਰ ਨੂੰ ਰੱਬ ਕਹੋਗੇ ਤੇ ਦੂਜਾ ਵੀ ਤੇ ਫਿਰ ਰੱਬ ਹੀ ਹੈ ਨਾ। ਇਹ ਵਿਦਕਰਾ ਕਿਉਂ ਹੈ? ਕਹਿ ਨਾਮ ਦਿਓ ਹਮ ਹਰ ਕੀ ਸੇਵਾ। ਕਹਿੰਦੇ ਮੈਂ ਤੇ ਹੁਣ ਮੂਰਤਾਂ ਦੀ ਨਹੀਂ, ਪਰਮਾਤਮਾ ਦੀ ਸੇਵਾ ਵਿੱਚ ਹੀ ਰਵਾਂਗਾ। ਐਸੀ ਅੰਦਰ ਸਮਝ ਆਈ।
ਜਿਹੜਾ ਕਦੇ ਕਦਾਈ ਭਗਵਾਨ ਦਰਸ਼ਨ ਦਿੰਦਾ ਸੀ ਨਾ, ਰੱਬ ਦਰਸ਼ਨ ਦਿੰਦਾ ਸੀ। ਕਹਿੰਦੇ ਗੁਰੂ ਦੀ ਐਸੀ ਕਿਰਪਾ ਹੋਈ ਹੈ, ਜਬ ਦੇਖਾਂ ਤਬ ਗਾਵਾਂ, ਤਉ ਜਨ ਧੀਰਜ ਪਾਵਾ। ਹੁਣ ਤੇ ਮੈਨੂੰ ਚੱਤੋ ਪਹਿਰ ਹੀ ਦਿਖਦਾ ਸੀ ਤੇ ਮੈਂ ਗਾਈ ਜਾਂਦਾ ਸਾਂ। ਜਦੋਂ ਗਾਉਂਦਾ ਸਾਂ ਦਿਖਦਾ ਸੀ, ਜਦੋਂ ਦਿਖਦਾ ਸੀ ਗਾਉਂਦਾ ਸਾਂ। ਹਰ ਪਲ ਮੈਨੂੰ ਪਰਮਾਤਮਾ ਦੇ ਦਿਦਾਰੇ ਹੋਣ ਲੱਗ ਪਏ ਜਦੋਂ ਤੋਂ ਮੈਨੂੰ ਗੁਰੂ ਮਿਲਿਆ ਹੈ ਪੂਰਾ। ਰਾਗ ਸੋਠ ਬਾਣੀ ਭਗਤਾਂ ਦੀ ਹੈ ਨਾ ਜਿਹੜੀ, ਉਹਦੇ ਵਿੱਚ ਇਹ ਪਾਕ ਬੋਲ ਆਉਂਦੇ ਨੇ। ਗੁਰੂ ਮਿਲਣ ਦੇ ਨਾਲ ਐਸੀ ਕਿਰਪਾ ਹੋਈ। ਬਾਣੀ ਦਾ ਫਰਮਾਨ ਹੈ, ਨਾਮ ਦਿਓ ਨਾਰਾਇਣ ਪਾਇਆ, ਗੁਰ ਭੇਟਤ ਅਲਖ ਲਿਖਾਇਆ। ਗੁਰੂ ਮਿਲਿਆ ਅਲਖ, ਜਿਹੜਾ ਇੰਦਰੀਆਂ ਦਾ ਵਿਸ਼ਾ ਨਹੀਂ, ਦਿਖਦਾ ਨਹੀਂ, ਉਹ ਪਰਮਾਤਮਾ ਮੈਨੂੰ ਸਦੀਵੀ ਕਾਲ ਲਈ ਨਜ਼ਰੀ ਆ ਗਿਆ। ਭਾਵ ਹੁਣ ਅੱਖਾਂ ਤੋਂ ਓਹਲੇ ਨਹੀਂ ਹੁੰਦਾ। ਗੁਰ ਪ੍ਰਸਾਦੀ ਜਾਣਿਆ, ਜਨ ਨਾਮਾ ਸਹਿਜ ਸਮਾਨਿਆ। ਕਹਿੰਦੇ ਰੱਬ ਦਿਖਦਾ ਹੀ ਨਹੀਂ, ਨਾਲ ਨਾਲ ਐਸੀ ਕਿਰਪਾ ਹੋ ਗਈ, ਮੈਂ ਰੱਬ ਦਾ ਹੀ ਰੂਪ ਹੋ ਗਿਆ ਹਾਂ। ਪਰਮਾਤਮਾ ਵਿੱਚ ਅਭੇਦਤਾ ਹਾਸਲ ਹੋ ਗਈ। ਕਿਵੇਂ ਜੀ? ਕਹਿੰਦੇ ਗੁਰੂ ਦੀ ਕਿਰਪਾ ਨਾਲ, ਗੁਰ ਪ੍ਰਸਾਦੀ ਜਾਣਿਆ। ਖੈਰ ਗੁਰੂ ਧਾਰਿਆ। ਹੁਣ ਜੇ ਤੁਸੀਂ ਭਗਤ ਨਾਮਦੇਵ ਜੀ ਨੂੰ ਪੁੱਛੋ ਵੀ ਤੁਸੀਂ ਮੂਰਤੀ ਦੀ ਪੂਜਾ ਕਰਨ ਨਹੀਂ ਜਾਂਦੇ, ਬੀਠਲ ਦੀ ਮੂਰਤੀ ਪੰਡਰਪੁਰ ਪਈ ਹੈ, ਜਾਂਦੇ ਕਿਉਂ ਨਹੀਂ? ਹੁਣ ਉਹਨਾਂ ਦਾ ਜਵਾਬ ਪਤਾ ਕੀ ਸੀ? ਇਹ ਵੀ ਬਾਣੀ 'ਚ ਦਰਜ ਹੈ, ਈਬੈ ਬੀਠਲ ਊਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਨਾਮਾ ਪ੍ਰਣਵੈ, ਪੂਰ ਰਹਿਓ ਤੂੰ ਸਰਬ ਮਹੀ। ਕਹਿੰਦੇ ਹੁਣ ਤੇ ਇੱਧਰ ਵੀ ਬੀਠਲ ਹੈ, ਸੱਜੇ ਵੀ ਖੱਬੇ ਵੀ, ਹਰ ਜ਼ਰੇ ਦੇ ਵਿੱਚ ਪਰਮਾਤਮਾ ਵਸਿਆ ਹੋਇਆ ਹੈ। ਹੀ ਇਜ਼ ਪ੍ਰੀਵੇਡਿੰਗ ਐਵਰੀਵੇਅਰ। ਹੁਣ ਮੈਨੂੰ ਕਿਧਰੇ ਜਾਣ ਦੀ ਲੋੜ ਨਹੀਂ, ਜਿੱਥੇ ਵੀ ਹਾਂ ਉੱਥੇ ਹੀ ਪਰਮ ਈਸ਼ਵਰ ਹੈ। ਐਸੀ ਕਿਰਪਾ ਹੋ ਗਈ। ਅਖੀਰ ਬੰਦਗੀ ਕਰਦੇ ਕਰਦੇ ਸੱਚ ਸਰੂਪ ਪਰਮਾਤਮਾ ਵਿੱਚ ਅਭੇਦ ਹੋਏ। ਨਾਮ ਦਿਓ ਹਰ ਜੀਓ ਬਸੈ ਸੰਗ। ਹੁਣ ਨਾਮਦੇਵ ਨੂੰ ਕਿਧਰੇ ਰੱਬ ਲੱਭਣ ਨਹੀਂ ਜਾਣਾ ਪੈਂਦਾ। ਕਹਿੰਦੇ ਮੇਰੇ ਸੰਗ, ਮੇਰੇ ਸਾਥ ਪਰਮਾਤਮਾ ਵਸਦਾ ਹੈ, ਮੇਰੇ ਨਾਲ ਪਰਮਾਤਮਾ ਵਸਦਾ ਹੈ। ਸਰਗੁਣ ਤੋਂ ਨਿਰਗੁਣ ਦੇ ਉਪਾਸ਼ਕ ਹੋ ਗਏ, ਅਕਾਲ ਪੁਰਖ ਦੇ ਉਪਾਸ਼ਕ ਹੋ ਗਏ। ਹੁਣ ਮੂਰਤੀ ਪੂਜਾ ਛੱਡ ਦਿੱਤੀ। ਇੱਕ ਬੜਾ ਸੁੰਦਰ ਸ਼ਬਦ ਉਹਨਾਂ ਦਾ ਆਉਂਦਾ ਹੈ। ਕਿਸੇ ਨੇ ਕਿਹਾ ਤੂੰ ਪੂਜਾ ਕਿਉਂ ਨਹੀਂ ਕਰਦਾ, ਤੂੰ ਨੈਵੇਦ ਉਹ ਥਾਲੀ ਕਿਉਂ ਨਹੀਂ ਸਜਾਉਂਦਾ ਪੂਜਾ ਵਾਲੀ? ਕਹਿੰਦੇ ਕੀ ਕਰਾਂ, ਮੈਂ ਇਹ ਹੁਣ ਨਹੀਂ ਕਰ ਸਕਦਾ, ਮੈਨੂੰ ਹਰ ਜ਼ਰੇ ਵਿੱਚ ਪਰਮਾਤਮਾ ਦਿਖਦਾ ਹੈ। ਨਹੀਂ, ਤੂੰ ਪੂਰਾ ਸੁਚਮ ਦੇ ਨਾਲ ਸਮਗਰੀ ਲੈ ਕੇ ਮੂਰਤੀ ਦੀ ਪੂਜਾ ਕਰ। ਕਹਿੰਦੇ ਇੱਥੇ ਸੋਚਾ ਕੁਝ ਵੀ ਨਹੀਂ ਹੈ ਰੱਬ ਤੋਂ ਬਿਨਾਂ। ਆ ਨੀਲੇ ਕੁੰਭ ਭਰਾਈ ਲੈ ਊਦਕ, ਠਾਕਰ ਕਹੋ ਇਸ਼ਨਾਨ ਕਰੋ। ਠੀਕ ਹੈ, ਮੈਂ ਜਲ ਲੈ ਆਵਾਂ, ਖੂਹ ਵਿੱਚੋਂ ਜਲ ਭਰ ਕੇ ਲੈ ਆਵਾਂ, ਪਾਣੀ ਦਾ ਘੜਾ ਭਰ ਕੇ ਲੈ ਆਵਾਂ, ਨਦੀ ਵਿੱਚੋਂ ਲੈ ਆਵਾਂ। ਕਹਿੰਦੇ 42 ਲੱਖ ਜੀ ਜਲ ਮੈਂ ਹੋਥੇ, ਬੀਠਲ ਪਹਿਲਾ ਕਾਹੇ ਕਰੋ। 42 ਲੱਖ ਜੀਵ ਜੰਤੂ ਪਾਣੀ ਵਿੱਚ ਜੂਨਾ ਰਹਿੰਦੀਆਂ ਨੇ, ਤੇ ਜਿਨ੍ਹਾਂ ਦੀ ਗਿਣਤੀ ਅਰਬਾਂ ਖਰਬਾਂ ਹੋਵੇਗੀ। ਨਸਲ ਹੀ ਹੈ ਨਾ 42 ਲੱਖ ਤਰ੍ਹਾਂ ਦੀ, ਤੇ ਉਹਨਾਂ ਦੀ ਵਿਸ਼ਟਾ ਗੰਦਮੰਦ ਜਲ ਵਿੱਚ ਹੀ ਹੈ ਨਾ। ਤੇ ਮੈਂ ਝੂਠੇ ਪਾਣੀ ਨਾਲ ਕਿਉਂ ਮੈਲਾ ਕਰਾਂ ਠਾਕੁਰ ਨੂੰ, ਕਿਉਂ ਨਵਾਵਾਂ? ਕਹਿੰਦੇ ਜਿਹੜੇ ਕਦੇ ਪੂਜਾ ਕਰਦੇ ਸੀ ਅੱਜ ਬਦਲਾਅ ਵੇਖੋ ਕਿੰਨਾ ਆਇਆ ਹੈ। ਅਕਾਲ ਪੁਰਖ ਤਾਈਂ ਪਹੁੰਚੇ ਨੇ। ਆ ਨੀਲੇ ਫੂਲ ਪਰੋਈਲੇ ਮਾਲਾ, ਠਾਕੁਰ ਕੀ ਹਉ ਪੂਜ ਕਰੋ। ਜੇ ਮੈਂ ਫੁੱਲ ਤੋੜ ਕੇ ਇੱਕ ਮਾਲਾ ਬਣਾ ਲਵਾਂ ਤੇ ਆਪਣੇ ਠਾਕਰਾਂ ਦੀ ਮੂਰਤੀ ਦੀ ਪੂਜਾ ਕਰਾਂ, ਕਹਿੰਦੇ ਪਹਿਲੇ ਬਾਸ ਲਈ ਹੈ ਭਵਰੇ, ਬੀਠਲ ਪਹਿਲਾ ਕਾਏ ਕਰੋ। ਕਹਿੰਦੇ ਉਹ ਫੁੱਲ ਵੀ ਝੂਠੇ ਨੇ, ਕਿਉਂਕਿ ਭੌਰੇ ਨੇ ਉਹਨਾਂ ਚੋਂ ਰਸ ਚੂਸਿਆ ਹੋਇਆ ਹੈ। ਤੇ ਮੈਂ ਕਿਉਂ ਝੂਠੇ ਫੁੱਲ ਚੜਾਵਾਂ ਆਪਣੇ ਭਗਵਾਨ ਦੇ ਉੱਤੇ? ਇਦਾਂ ਦੇ ਬੜੇ ਬਚਨ ਉਸ ਮਹਾਪੁਰਸ਼ ਨੇ ਕੀਤੇ। ਜਦੋਂ ਕਿਸੇ ਨੇ ਪੁੱਛਿਆ ਸੀ ਵੀ ਹੁਣ ਬੀਠਲ ਦੀ ਪੂਜਾ ਨਹੀਂ ਕਰਦਾ, ਆ ਨੀਲੇ ਦੂਧ ਰਿਧਾਈ ਲੈ ਖੀਰੰ, ਠਾਕਰ ਕਹੋ ਨੈਵੇਦ ਕਰੋ। ਨੈਵੇਦ ਸਮਗਰੀ ਦੀ ਥਾਲੀ, ਮੈਂ ਠਾਕੁਰ ਦੀ ਪੂਜਾ ਕਰਾਂ, ਦੁੱਧ ਚੋ ਕੇ ਮੈਂ ਉਸ ਨੂੰ ਭੋਗ ਲਵਾਵਾਂ। ਕਿਉਂ? ਕਹਿੰਦੇ ਪਹਿਲੇ ਦੂਧ ਬਿਟਾਰਿਓ ਬਛੜੇ, ਬੀਠਲ ਪਹਿਲਾ ਕਾਏ ਕਰੋ। ਉਹਦੇ ਬਛੜੇ ਨੇ ਦੁੱਧ ਪੀਤਾ ਹੈ, ਦੁੱਧ ਝੂਠਾ ਹੈ, ਮੈਂ ਕਿਉਂ ਝੂਠਾ ਦੁੱਧ ਉਸ ਬੀਠਲ ਨੂੰ ਪਿਆਵਾਂ?
ਇਹ ਫਿਰ ਜਾ ਕੇ ਗੱਲ ਆਖੀ, ਮੈਂ ਕਿਹਦੀ ਪੂਜਾ ਕਰਾਂ, ਉਹ ਤੇ ਹਰ ਸਰੇ ਵਿੱਚ ਹੈ, ਈਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਨਾਮਾ ਪ੍ਰਣਵੈ, ਊ ਰਹਿਓ ਤੂੰ ਸਰਬ ਮਹੀ। ਐਸਾ ਬਦਲਾਵ ਆ ਗਿਆ। ਹੁਣ ਨਿਰਗੁਣ ਤੱਕ ਪਹੁੰਚੇ ਨੇ, ਤਾਂ ਹੀ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਤੇ ਦੋਵੇਂ ਪੱਖ ਗੁਰੂ ਸਾਹਿਬ ਨੇ ਦਰਸਾਏ ਵੀ ਪਹਿਲਾਂ ਮੂਰਤੀ ਪੂਜਕ ਨੇ। ਕਈ ਕਹਿੰਦੇ ਜੀ ਨਹੀਂ, ਇਹ ਤੇ ਬ੍ਰਾਹਮਣਵਾਦ ਦਾ ਤੁਸੀਂ ਪ੍ਰਚਾਰ ਕਰਦੇ ਹੋ, ਮੂਰਤੀ ਪੂਜਕ ਨਹੀਂ ਸੀ। ਤੇ ਮੈਂ ਪੁੱਛਦਾ ਹੁੰਨਾ ਵੀ ਮੰਦਿਰ ਚ ਅੰਬ ਲੈਣ ਗਏ ਸੀ? ਫਿਰ ਸਿੱਧਾ ਜਿਹਾ ਸਵਾਲ ਹੈ, ਇਹ ਮੰਦਿਰ ਚ ਗਏ ਕਿਉਂ ਨੇ ਭਗਤ ਨਾਮਦੇਵ ਜੀ? ਹੋਰ ਮੰਦਿਰ ਚ ਕੀ ਹੁੰਦਾ? ਮੂਰਤੀ ਪੂਜਾ ਨਹੀਂ ਤੇ ਹੁੰਦੀ, ਕੀ ਹੁੰਦਾ ਦੱਸੋ? ਇਹ ਵਾਧੂ ਦੀਆਂ ਗੱਲਾਂ ਨੇ। ਮੂਰਤੀ ਪੂਜਕ ਸਨ, ਪਰ ਗੁਰੂ ਮਿਲ ਗਿਆ, ਸਰਗੁਣ ਤੋਂ ਨਿਰਗੁਣ ਸਰੂਪ ਵਿੱਚ ਅਭੇਦਤਾ ਹਾਸਲ ਹੋਈ। ਇਹ ਦੋਵੇਂ ਪੱਖ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਔਰ ਉਹ ਆਪ ਕਹਿੰਦੇ ਨੇ ਮੈਂ ਮੰਦਿਰ ਗਿਆ ਹਾਂ, ਮੈਂ ਪੂਜਾ ਕਰਨ ਗਿਆ ਹਾਂ, ਮੈਂ ਭੋਗ ਲਵਾਉਣ ਗਿਆ ਹਾਂ, ਸਭ ਕੁਝ ਕੀਤਾ ਹੈ। ਪਰ ਇੱਕ ਗੱਲ ਯਾਦ ਰੱਖਿਓ, ਜਿਹੜਾ ਸਮੁੰਦਰ ਵਿੱਚ ਮਿਲ ਜਾਂਦਾ ਹੈ ਉਹ ਨਦੀਆਂ ਨਾਲਿਆਂ ਵੱਲ ਨਹੀਂ ਫਿਰ ਜਾਂਦਾ। ਅੱਗੇ ਲੰਘ ਗਏ, ਪਰਮਾਤਮਾ ਵਿੱਚ ਅਭੇਦ ਹੋ ਗਏ। ਕਿਸੇ ਨੇ ਪੁੱਛਿਆ ਤੁਸੀਂ ਮੰਦਿਰ ਨਹੀਂ ਜਾਂਦੇ, ਫਿਰ ਕਿਸ ਦੀ ਪੂਜਾ ਕਰਦੇ ਹੋ? ਬੜਾ ਸੁੰਦਰ ਜਵਾਬ ਦਿੱਤਾ ਉਹਨਾਂ। ਕਹਿੰਦੇ ਹਿੰਦੂ ਪੂਜੈ ਦੇਹੁਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜਹ ਦੇਹੁਰਾ ਨਾ ਮਸੀਤ। ਕਹਿੰਦੇ ਉਹ ਪਰਮਾਤਮਾ ਹਰ ਜ਼ਰੇ ਵਿੱਚ ਹੈ, ਖਾਸ ਟਿਕਾਣਾ ਉਹਦਾ। ਇਹ ਨਾ ਸਮਝ ਲਿਓ ਵੀ ਕੱਲਾ ਮੰਦਿਰ ਹੀ ਹੈ ਜਾਂ ਕੱਲੀ ਮਸੀਤ ਹੈ, ਉਹ ਤੇ ਹਰ ਜਗ੍ਹਾ ਦੇ ਉੱਤੇ ਹੈ। ਉਹਨੂੰ ਕੈਦ ਕਰਕੇ ਨਹੀਂ ਰੱਖਿਆ ਜਾ ਸਕਦਾ। ਇਹ ਨਹੀਂ ਵੀ ਮੰਦਿਰਾਂ ਮਸੀਤਾਂ ਚੋਂ ਨਹੀਂ ਰਹਿੰਦਾ, ਕੱਲਾ ਗੁਰਦੁਆਰੇ ਹੀ ਹੈ, ਜਾਂ ਗੁਰਦੁਆਰੇ ਨਹੀਂ ਰਹਿੰਦਾ ਉਹ ਬਾਹਰ ਨਹੀਂ ਹੈ, ਉਹ ਹਰ ਜ਼ਰੇ ਵਿੱਚ ਹੈ। ਕਿਤੇ ਉਹ ਸ਼ਬਦ ਸਰੂਪ ਹੈ, ਕਿਤੇ ਉਹ ਨਿਰਗੁਣ ਸਰੂਪ ਹੈ, ਕਿਤੇ ਸਰਗੁਣ ਨਾਨਕ ਨਿਰੰਕਾਰੀ ਬਣ ਕੇ ਆ ਜਾਂਦਾ ਹੈ। ਪਰ ਸਰਗੁਣ ਤੋਂ ਨਿਰਗੁਣ ਤਾਈਂ ਨਾਮਦੇਵ ਜੀ ਪਹੁੰਚ ਗਏ। ਅੱਜ ਉਹਨਾਂ ਦਾ ਜਿਹੜਾ ਨਾਮ ਹੈ ਨਾ, ਜੇ ਪੁੱਛੋ ਜੀ ਤੁਹਾਡੀ ਨਾਮਦੇਵ ਜੀ ਮਸ਼ਹੂਰੀ ਬੜੀ ਹੈ, ਤੇ ਉਹਨਾਂ ਦਾ ਜਵਾਬ ਹੈ ਨਾਮ ਦੇ ਸਿਮਰਨ ਕਰ ਜਾਨਾ, ਜਗ ਜੀਵਨ ਸਿਉ ਜੀਓ ਸਮਾਨਾ। ਕਹਿੰਦੇ ਮੈਂ ਸਿਮਰਨ ਕਰਕੇ ਖੁਦਾ ਨੂੰ ਜਾਣਿਆ, ਔਰ ਜਿਹੜੇ ਪਰਮਾਤਮਾ ਨੂੰ ਜਾਣ ਲੈਂਦੇ ਨੇ ਉਹਨਾਂ ਨੂੰ ਦੁਨੀਆ ਜਾਣਦੀ ਹੈ। ਉਹ ਅਮਰਾਪਦ ਪਾ ਲੈਂਦੇ ਨੇ। ਜਗਤ ਦੇ ਜੀਵਨ ਦਾ ਆਧਾਰ ਪਰਮਾਤਮਾ ਵਿੱਚ ਅਭੇਦ ਹੋ ਜਾਂਦੇ ਨੇ। ਤਿੰਨੇ ਲੋਕ ਉਹਨਾਂ ਦਾ ਜਸ ਗਾਉਂਦੇ ਨੇ। ਐਸੇ ਅਜ਼ਮਤੀ ਮਹਾਪੁਰਸ਼ ਭਗਤ ਨਾਮਦੇਵ ਜੀ ਹੋਏ। ਜਾਤ ਵਰਣ ਵੰਡ ਦਾ ਫਰਕ ਮਿਟਾਉਣ ਵਾਲੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀ ਗੋਦ ਵਿੱਚ ਜਗ੍ਹਾ ਦੇ ਕੇ 61 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੇ ਦਰਜ ਕੀਤੇ। ਉਸ ਸ਼੍ਰੋਮਣੀ ਭਗਤ ਨੂੰ ਸਿਜਦਾ ਹੈ, ਉਸ ਮਹਾਪੁਰਸ਼ ਨੂੰ ਸਿਜਦਾ ਹੈ। ਦਾਸ ਇੱਥੇ ਹੀ ਆਪਣੀ ਬਾਣੀ ਨੂੰ ਵਿਸ਼ਰਾਮ ਦਿੰਦਾ ਹੈ। ਬੜੇ ਪ੍ਰੇਮ ਸਹਿਤ ਆਪ ਸੰਗਤਾਂ ਨੇ ਤੁਰਕੀ ਬਾਣੀ, ਗੁਰ ਇਤਿਹਾਸ, ਭਗਤਾਂ ਦਾ ਇਤਿਹਾਸ ਸਰਵਣ ਕੀਤਾ ਹੈ। ਤਕਰੀਬਨ 1.5 ਘੰਟੇ ਤੋਂ ਆਪ ਸੰਗਤਾਂ ਇਕਾਗਰਤਾ ਬਣਾ ਕੇ ਕਥਾ ਸਰਵਣ ਕਰ ਰਹੇ ਹੋ, ਔਰ ਐਸੀ ਇਕਾਗਰਤਾ ਨਾਲ ਬੈਠੇ ਹੋ, ਇਉਂ ਮਹਿਸੂਸ ਹੋਇਆ ਜਿਵੇਂ ਨਿਮਖ ਭਰ ਵਿੱਚ ਸਮਾਂ ਬਤੀਤ ਹੋ ਗਿਆ ਹੋਵੇ। ਦਾਸ ਆਪ ਸਰਬੱਤ ਸੰਗਤ ਦਾ ਧੰਨਵਾਦ ਕਰਦਾ ਹੈ। ਗੁਰੂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟ ਧੰਨਵਾਦ। ਪ੍ਰਬੰਧਕ ਜਨ ਮਹਾਂਪੁਰਸ਼ ਬਾਬਾ ਨਰਿੰਦਰ ਸਿੰਘ ਜੀ, ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ, ਹਜੂਰ ਸਾਹਿਬ ਵਾਲੇ, ਲੰਗਰ ਸਾਹਿਬ ਵਾਲੇ, ਔਰ ਇਸ ਜਗ੍ਹਾ ਦੇ ਉੱਤੇ ਮਹਾਨ ਸੇਵਾਵਾਂ ਨਿਭਾਉਣ ਵਾਲੇ, ਸਿੱਖੀ ਦੀ ਫੁਲਵਾੜੀ ਨੂੰ ਪ੍ਰਫੁੱਲਤ ਕਰਨ ਵਿੱਚ ਯਤਨਸ਼ੀਲ ਜਥੇਦਾਰ ਬਾਬਾ ਮੋਹਨ ਸਿੰਘ ਜੀ, ਉਹਨਾਂ ਦਾ ਵੀ ਧੰਨਵਾਦ। ਹਰ ਸਾਲ ਹੁਕਮ ਕਰਕੇ ਆਪ ਸੰਗਤ ਦੇ ਦਰਸ਼ਨ ਕਰਵਾਉਂਦੇ ਨੇ। ਬਾਣੀ ਪੜ੍ਹਦਿਆਂ ਬੇਅੰਤ ਤਰੁੱਟੀਆਂ ਰਹਿ ਜਾਂਦੀਆਂ ਨੇ, ਆਪ ਸੰਗਤ ਨੇ ਖਿਮਾ ਕਰ ਦੇਣੀ। ਦਾਸ ਸਰਬੱਤ ਸੰਗਤ ਦੇ ਚਰਨਾਂ ਵਿੱਚ ਫਤਿਹ ਗਜਾਉਂਦਾ ਹੋਇਆ ਖਿਮਾ ਦਾ ਜਾਚਕ ਹੈ। ਖੱਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ, ਗੁਰਬਾਣੀ ਗੁਰ ਇਤਿਹਾਸ ਦਾ ਅਦਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।